ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਬਠਿੰਡਾ ਖਬਰਨਾਮਾ। ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਬੁਲੇਟਿਨ ਦੀਆਂ ਖਾਸ ਖਬਰਾਂ ਦੀ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਨਾਲ ਉਹਨਾਂ ਦੇ OSD ਭਾਣਜੇ ਪ੍ਰਦੀਪ ਕੁਮਾਰ ਨੂੰ ਵੀ ਕੀਤਾ ਗਿਆ ਹੈ ਗ੍ਰਿਫਤਾਰ। ਪ੍ਰਦੀਪ ਕੁਮਾਰ ਦੇ ਬਠਿੰਡਾ ਸਥਿਤ ਘਰ ਵਿੱਚ ਪਸ ਰਿਹਾ ਸਨਾਟਾ, ਪਰ ਮੁਹੱਲਾ ਵਾਸੀ ਅਜੇ ਵੀ ਪ੍ਰਦੀਪ ਕੁਮਾਰ ਦੇ ਪੱਖ ਵਿੱਚ ਖੜੇ। ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਖੇਤ ਮਜ਼ਦੂਰ ਉਤਰੇ ਸੜਕਾਂ ਤੇ। ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਲਗਾਏ ਧਰਨੇ। ਕਿਹਾ ਸਰਕਾਰ ਧਨਾੜ ਕਿਸਾਨਾਂ ਦਾ ਪੂਰ ਰਹੀ ਹੈ ਪੱਖ, ਗਰੀਬ ਮਜ਼ਦੂਰਾਂ ਦੀ ਨਹੀਂ ਲੈ ਰਹੀ ਸਾਰ। ਸੂਬੇ ਵਿੱਚ ਨਹੀਂ ਰੁਕ ਰਿਹਾ ਚਿੱਟੇ ਦਾ ਕਹਿਰ। ਬਠਿੰਡਾ ਵਿੱਚ ਚਿੱਟੇ ਕਾਰਨ ਇੱਕ ਹੋਰ ਨੌਜਵਾਨ ਹੋਇਆ ਬੇਹੋਸ਼, ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ, ਬਚੀ ਜਾਨ। ਉਧਰ ਫਰੀਦਕੋਟ ਵਿੱਚ 4 ਦਿਨਾਂ ਵਿੱਚ 2 ਨੌਜਵਾਨਾਂ ਦੀ ਮੌਤ। ਲੰਬੀ ਹਲਕੇ ਦੇ ਖੇਤਾਂ ਵਿੱਚ ਕਿਸਾਨਾਂ ਤੇ ਟਰਾਂਸਫਾਰਮਰ ਚੋਰਾਂ ਦੀ ਪਈ ਮਾਰ। ਖੇਤਾਂ ਵਿੱਚ ਲੱਗੇ 7 ਟਰਾਂਸਫਾਰਮਰਾਂ ਦਾ ਤਾਂਬਾ ਹੋਇਆ ਚੋਰੀ, ਕਿਸਾਨ ਪਰੇਸ਼ਾਨ। ਕਿਹਾ ਝੋਨੇ ਦੀ ਬਿਜਾਈ ਹੋਵੇਗੀ ਪ੍ਰਭਾਵਿਤ। ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਨੇ ਸਬਜ਼ੀ ਮੰਡੀ ਜਾ ਕੇ ਸਬਜ਼ੀ ਵਿਕਰੇਤਾਵਾਂ ਦੀਆਂ ਸੁਣੀਆਂ ਮੁਸ਼ਕਲਾਂ। ਤੇ ਹੁਣ ਖਬਰਾਂ ਦਾ ਵਿਸਥਾਰ ਸ਼ੁਰੂ ਕਰਦੇ ਹਾਂ ਬੁਲੇਟਿਨ ਦੀ ਵੱਡੀ ਖਬਰ ਤੋਂ, ਜੋ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਨਾਲ ਜੁੜੀ ਹੋਈ ਹੈ। ਵਿਜੇ ਸਿੰਗਲਾ ਮਾਨਸਾ ਤੋਂ ਵਿਧਾਇਕ ਨੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਬਣਾਇਆ ਗਿਆ। ਸਿਹਤ ਮੰਤਰੀ ਦਾ ਇੱਕ ਅਹਿਮ ਅਹੁਦਾ ਦਿੱਤਾ ਗਿਆ, ਪਰ ਪਿਛਲੇ ਦਿਨੀ ਤੁਸੀਂ ਵੇਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਛਾਂਟੀ ਕੀਤੀ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ। ਇਹਨਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਉਹਨਾਂ ਦਾ ਭਾਣਜਾ OSD ਪ੍ਰਦੀਪ ਕੁਮਾਰ ਵੀ ਸ਼ਾਮਲ ਹੈ, ਜੋ ਬਠਿੰਡਾ ਦਾ ਰਹਿਣ ਵਾਲਾ ਹੈ। ਤੇ ਦੇਖਦੇ ਹਾਂ, ਤੁਹਾਨੂੰ ਉਹਨਾਂ ਦੇ ਘਰ ਦਾ ਮਾਹੌਲ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਸਨਾਟਾ ਪਸ ਰਿਹਾ ਹੋਇਆ ਹੈ। ਜਿੱਥੇ ਰੌਣਕਾਂ ਹੁੰਦੀਆਂ ਸੀ, ਹਾਲਾਂਕਿ ਉਹ ਪਹਿਲਾਂ ਤੋਂ ਚੰਡੀਗੜ੍ਹ ਸ਼ਿਫਟ ਕਰ ਚੁੱਕੇ ਨੇ, ਪਰ ਇੱਥੇ ਇਹ ਵੀ ਖਾਸ ਦੱਸਣਯੋਗ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਖੁਦ ਅੱਗੇ ਆ ਕੇ ਸਾਰਾ ਕੁਝ ਸਾਫ਼ ਕਰ ਚੁੱਕੇ ਨੇ ਕਿ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ, ਇਹ ਲੋਕ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਸਨ, ਇਸ ਦੇ ਬਾਵਜੂਦ ਮੁਹੱਲੇ ਵਾਲੇ ਜਿਹੜੇ ਨੇ ਉਹ ਅਜੇ ਵੀ ਆਪਣੇ ਗੁਆਂਢੀ ਦੀ ਸ਼ਾਦੀ ਭਰਦੇ ਦਿਖ ਰਹੇ ਨੇ। ਵਿਖਾਉਂਦੇ ਹਾਂ ਪੂਰੀ ਖਬਰ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਗਲਵਾਰ ਨੂੰ ਮੰਤਰੀ ਮੰਡਲ ਪਦ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਐਂਟੀ ਕਰਪਸ਼ਨ ਬ੍ਰਾਂਚ ਵੱਲੋਂ ਗ੍ਰਿਫਤਾਰ ਕਰਕੇ ਵਿਜੇ ਸਿੰਗਲਾ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਉਹਨਾਂ ਨੂੰ 27 ਮਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਦੱਸ ਦਈਏ ਕਿ ਇਸ ਮਾਮਲੇ 'ਚ ਵਿਜੇ ਸਿੰਗਲਾ ਦੇ ਨਾਲ ਉਹਨਾਂ ਦੇ OSD ਤੇ ਭਾਣਜੇ ਪ੍ਰਦੀਪ ਕੁਮਾਰ ਨੂੰ ਵੀ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 7 ਅਤੇ 8 ਦੇ ਕੇਸ 'ਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪ੍ਰਦੀਪ ਕੁਮਾਰ, ਜੋ ਕਿ ਮਾਡਲ ਟਾਊਨ ਫੇਸ 1 ਬਠਿੰਡਾ ਦਾ ਰਹਿਣ ਵਾਲਾ ਹੈ, ਤੇ ਇਸ ਪੂਰੇ ਘਟਨਾਕ੍ਰਮ ਦੇ ਬਾਅਦ ਪ੍ਰਦੀਪ ਕੁਮਾਰ ਦੇ ਘਰ ਵਿੱਚ ਸन्नाटा ਪਸਰਿਆ ਹੋਇਆ ਹੈ। ਉੱਥੇ ਹੀ ਪੂਰਾ ਮੁਹੱਲਾ ਵੀ ਇਸ ਘਟਨਾ ਨੂੰ ਲੈ ਕੇ ਸ਼ੌਕ 'ਚ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਦੀਪ ਕੁਮਾਰ ਕਾਫੀ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਨ, ਜਿਸ ਲਈ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਪ੍ਰਦੀਪ ਇਸ ਤਰ੍ਹਾਂ ਦਾ ਕੋਈ ਕੰਮ ਕਰ ਸਕਦਾ ਹੈ। ਉਹਨਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਪੂਰੀ ਜਾਂਚ ਕੀਤੀ ਜਾਵੇ ਤੇ ਉਹ ਹਮੇਸ਼ਾ ਪ੍ਰਦੀਪ ਦੇ ਹੱਕ ਵਿੱਚ ਖੜਨਗੇ। सच्चाई का साथ देंगे, ये हमारे कुछ नहीं लगते, हम उनके कुछ नहीं लगते, ठीक है ना। हाँ, लेकिन जब से कल से सुना है बहुत दुख हुआ है, लेकिन इतना शरीफ इंसान के पीछे जो ये चीज़ें हो रही है ना, ये गलत हो रही है। सही बात तो ये है कि हम किसी की फैमिली में इन्वॉल्व नहीं होते। आप कैसे जा रहे हो, आप कैसे आ रहे हो, आप 15-20 साल से कैसे किसी के साथ रह रहे हो, एक इंसान का स्वभाव, एक बिहेवियर, सब कुछ नज़र आ जाता है। ਮਾਮਲਾ ਤਾਂ ਸਾਨੂੰ ਕੁਝ ਵੀ ਨਹੀਂ ਪਤਾ, ਇਹ ਤਾਂ ਟੀਵੀ ਤੇ ਖਬਰਾਂ ਸੁਣੀਆਂ ਨੇ, ਇੱਕਦਮ ਸ਼ੌਕਡ ਹੋਏ ਵੀ ਆ ਕੀ ਹੋ ਗਿਆ। ਤੇ ਦੇਖੋ ਜਿਵੇਂ ਨਾ ਘਰ 'ਚ ਮਰਗਟ ਹੋ ਜਾਂਦੀ ਹੈ, ਸਾਡੇ ਲਈ ਤਾਂ ਉਹ ਕੰਮ ਹੋ ਗਿਆ। ਇੰਨੀ ਨਿਹਾਇਤ ਸ਼ਰੀਫ ਫੈਮਿਲੀ ਹੈ, ਅਸੀਂ ਕਦੇ ਇਹਨਾਂ ਬਾਰੇ ਕੁਝ ਗਲਤ ਸੋਚ ਵੀ ਨਹੀਂ ਸਕਦੇ। ਇਲਜ਼ਾਮ ਦਾ ਕੀ ਹੈ, ਇਲਜ਼ਾਮ ਤਾਂ ਕੁਝ ਵੀ ਲੱਗ ਸਕਦੇ ਆ, ਕਿਸੇ ਵੀ ਆਮ ਚੱਲਦੇ ਬੰਦੇ ਤੇ ਇਲਜ਼ਾਮ ਲੱਗੀ ਜਾਂਦੇ। ਅੱਜ ਕੱਲ੍ਹ ਤਾਂ ਇਹ ਤਾਂ ਹੁਣੇ ਪੋਲੀਟਿਕਸ 'ਚ ਆਏ ਸੀ ਨਵੇਂ
ਕੁਝ ਵੀ ਹੋ ਸਕਦਾ ਪੋਲਿਟਿਕਸ 'ਚ ਤਾਂ। ਹਾਂਜੀ ਬਹੁਤ ਵਧੀਆ ਫੈਮਿਲੀ ਹੈ ਇਹ। ਹਾਂਜੀ ਐਂ ਲੱਗਦਾ ਜੀ ਇਹਨੂੰ ਤਾਂ ਫਸਾਇਆ ਹੀ ਗਿਆ ਪ੍ਰਦੀਪ ਕੁਮਾਰ ਨੂੰ ਤਾਂ ਭਾਵੇਂ ਲੱਗੀ ਹੀ ਹੈ ਜੀ, ਪਰ ਆਪਾਂ ਉਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਹੈ ਨਾ। ਉਹ ਤਾਂ ਛਾਣਬੀਨ ਹੋਊਗੀ ਤਾਂ ਫਿਰ ਪਤਾ ਲੱਗੂਗਾ ਵੀ ਕਿਉਂ ਲਾਇਆ ਗਿਆ ਇਲਜ਼ਾਮ ਐਡਾ ਵੱਡਾ। ਪਰ ਇੰਨੇ ਜੋਗਾ ਹੈ ਨਹੀਂ ਸੀ ਇਹ ਬੰਦਾ ਵੀ ਜਿੰਨਾ ਇਹਨੂੰ ਐਡਾ ਵੱਡਾ ਜਾਲ ਦੇ ਵਿੱਚ ਫਸਾਇਆ ਗਿਆ ਇਹਨੂੰ। ਕਿਉਂਕਿ ਇਹ ਤਾਂ ਵੀ ਸਾਨੂੰ ਨਹੀਂ ਪਤਾ ਸਹੀ ਹੈ ਜਾਂ ਗਲਤ ਹੈਗਾ, ਤੇ ਪਰ ਉਹਦੀ ਫੈਮਿਲੀ ਵਧੀਆ ਹੈਗੀ, ਕਦੇ ਕੋਈ ਇਹੋ ਜਿਹੀ ਗੱਲ ਸੁਣੀ ਨਹੀਂ ਸੀ। ਹਾਂ ਨਾ ਹੀ ਉਹ ਪ੍ਰਦੀਪ ਬਹੁਤ ਫੈਮਿਲੀ ਨਾਲ ਆਪਣੀ ਬਹੁਤ ਐ ਕੱਲ ਦਾ ਐ ਸੋਚ ਰਹੇ ਵੀ ਐ ਹੋ ਗਿਆ, ਅਚੰਭਾ ਹੋਇਆ ਪਿਆ ਹੈਗਾ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਜਿਹੜੀ ਹੈ ਉਹ ਖੇਤ ਮਜ਼ਦੂਰਾਂ ਨਾਲ ਜੁੜੀ ਹੋਈ ਹੈ। ਖੇਤ ਮਜ਼ਦੂਰਾਂ ਦੀ ਕਹਾਣੀ ਅਲੱਗ ਤਰ੍ਹਾਂ ਦੀ ਹੈ। ਕਿਸਾਨੀ ਹੱਕਾਂ ਦੇ ਵਿੱਚ ਵੱਡੇ ਵੱਡੇ ਮੋਰਚੇ ਲੱਗਦੇ ਨੇ, ਜਿੱਤੇ ਵੀ ਜਾਂਦੇ ਨੇ ਉਹਨਾਂ ਦੇ ਵਿੱਚ ਖੇਤ ਮਜ਼ਦੂਰ ਵੀ ਸ਼ਾਮਲ ਹੁੰਦੇ ਨੇ, ਪਰ ਖੇਤ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਅਕਸਰ ਅਣਸੁਣੀਆਂ ਕਰ ਦਿੱਤੀਆਂ ਜਾਂਦੀਆਂ ਨੇ। ਤੇ ਇਹ ਖੇਤ ਮਜ਼ਦੂਰ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸੜਕਾਂ ਤੇ ਉਤਰੇ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੰਗ ਪੱਤਰ ਦਿੱਤੇ। ਬੇਜ਼ਮੀਨੇ ਖੇਤ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਅੱਜ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ 'ਚ ਖੇਤ ਮਜ਼ਦੂਰਾਂ ਨੇ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜੇ। ਬਠਿੰਡਾ ਸਮੇਤ ਮਾਲਵਾ ਖੇਤਰ ਵਿੱਚ ਵੀ ਖੇਤ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਲਗਾ ਕੇ ਨਾਅਰੇਬਾਜ਼ੀ ਕੀਤੀ। ਬਠਿੰਡਾ 'ਚ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਖੇਤ ਮਜ਼ਦੂਰਾਂ ਦੇ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ, ਜਿਨ੍ਹਾਂ 'ਚ ਖੇਤ ਮਜ਼ਦੂਰਾਂ ਨੂੰ 6000 ਰੁਪਏ ਪ੍ਰਤੀ ਏਕੜ ਝੋਨੇ ਦੀ ਲੁਆਈ, 200 ਦਿਨ ਨਰੇਗਾ ਦਾ ਕੰਮ, 700 ਰੁਪਏ ਦਿਹਾੜੀ, ਰੁਜ਼ਗਾਰ ਗਾਰੰਟੀ ਐਕਟ ਲਾਗੂ ਕਰਵਾਉਣ, ਨਿੱਜੀ ਫਾਈਨਾਂਸ ਕੰਪਨੀਆਂ ਦੇ ਮਜ਼ਦੂਰ ਔਰਤਾਂ ਸਿਰ ਚੜੇ ਕਰਜ਼ੇ ਦੀ ਮਾਫੀ ਅਤੇ ਅਨਾਜ ਵਿੱਚ 14 ਲੋੜੀਂਦੇ ਪਦਾਰਥ ਅੱਧੇ ਮੁੱਲ ਤੇ ਦੇਣਾ ਆਦਿ ਸ਼ਾਮਲ ਹੈ। ਤੇ ਇਨ੍ਹਾਂ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਲਈ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇੱਥੇ ਮਜ਼ਦੂਰ ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਵੱਲੋਂ ਹਰ ਮਾਮਲੇ ਤੇ ਮੁਆਵਜ਼ਾ ਮੰਗਿਆ ਜਾਂਦਾ ਹੈ, ਜਦਕਿ ਇਸ ਦੇ ਉਲਟ ਮਜ਼ਦੂਰੀ ਕਰਨ ਵਾਲੇ ਗਰੀਬ ਮਜ਼ਦੂਰ ਜੇਕਰ ਆਪਣੀਆਂ ਮੰਗਾਂ ਨੂੰ ਲੈ ਕੇ ਕੋਈ ਮਤਾ ਪਾਉਂਦੇ ਹਨ ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਜਿਸ ਲਈ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਵੀ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਹੈ। ਅੱਜ ਜਿਹੜਾ ਇਹ ਧਰਨਾ ਲਾਇਆ ਅਸੀਂ ਮਜ਼ਦੂਰ ਮਸਲਿਆਂ ਨੂੰ ਲੈ ਕੇ, ਜਿਹੜੇ ਭਖਦੇ ਮਸਲੇ ਆ ਖਾਸ ਕਰਕੇ, ਜਿਹਦੇ ਚ ਝੋਨੇ ਦੀ ਲਵਾਈ ਦਾ ਇੱਕ ਭਖਿਆ ਹੋਇਆ ਮਾਮਲਾ, ਕਿਉਂਕਿ ਸੀਜ਼ਨ ਸ਼ੁਰੂ ਹੋਣ ਵਾਲਾ, ਉਹਦੇ ਲਈ ਅਸੀਂ ਅੱਜ ਆਏ ਹਾਂ। ਤੇ ਨਾਲ ਜਿਹੜੇ ਹੋਰ ਵੀ ਲਗਾਤਾਰ ਜਿਹੜੀਆਂ ਸਾਡੀਆਂ ਮੰਗਾਂ ਪਹਿਲਾਂ ਵੀ ਚੱਲਦੀਆਂ ਉਹਨਾਂ ਨੂੰ ਲਾਗੂ ਕਰਾਉਣ ਦਾ ਮਸਲਾ ਹੈ, ਉਹਨਾਂ ਨੂੰ ਅੱਜ ਸਰਕਾਰ ਤੱਕ ਪਹੁੰਚਾਉਣ ਲਈ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਵੀ ਆਉਣ ਵਾਲੇ ਦਿਨਾਂ 'ਚ ਉਹਨਾਂ ਮਸਲਿਆਂ ਦਾ ਸਰਕਾਰ ਹੱਲ ਕਰੇ। ਜਿਹਦੇ 'ਚ ਸਾਡੀਆਂ ਮੰਗਾਂ ਦੇ ਵਿੱਚ ਅੱਜ 6000 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਹੋਵੇ, 200 ਦਿਨ ਘੱਟੋ ਘੱਟ ਨਰੇਗਾ ਦੇ ਵਿੱਚ ਕੰਮ ਮਿਲੇ, 700 ਰੁਪਏ ਦਿਹਾੜੀ ਹੋਵੇ, ਰੁਜ਼ਗਾਰ ਗਾਰੰਟੀ ਐਕਟ ਜਿਹੜਾ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਅੱਜ ਸਾਡੇ ਬੇਰੁਜ਼ਗਾਰ ਨੇ ਉਹਨਾਂ ਲਈ ਲਾਗੂ ਹੋਵੇ ਤਾਂ ਕਿ ਉਹਨਾਂ ਨੂੰ ਰੁਜ਼ਗਾਰ ਤੋਂ ਵਾਂਝੇ ਨਾ ਰਹਿਣਾ ਪਵੇ। ਤੀਜਾ, ਸਾਡੀਆਂ ਜਿਹੜੀਆਂ ਔਰਤਾਂ ਜਿਨ੍ਹਾਂ ਸਿਰ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਕਰੋਨਾ ਮਹਾਮਾਰੀ ਤੋਂ ਖੜਾ ਹੈ, ਪ੍ਰਾਈਵੇਟ ਜਾਂ ਫਾਈਨਾਂਸ ਕੰਪਨੀਆਂ ਦਾ, ਉਹ ਕਰਜ਼ਾ ਜਿਹੜਾ ਮਾਫ ਹੋਵੇ, ਸਰਕਾਰ ਮਾਫ ਕਰੇ। ਅਸੀਂ ਦੇਖੋ ਇਹ ਕਹਿੰਦੇ ਆ ਵੀ ਜਿਹੜਾ ਅੱਜ ਮਹਿੰਗਾਈ ਦੇ ਮੁਤਾਬਕ ਜ਼ਿਮੀਂਦਾਰ ਨੇ ਦੇਖੋ ਹਰ ਇੱਕ ਮਾਮਲੇ ਤੋਂ, ਜੇ ਮੀਂਹ ਵੱਧ ਪੈ ਗਿਆ ਤਾਂ ਵੀ ਮੁਆਵਜ਼ਾ, ਜੇ ਗੜੇ ਪੈ ਗਏ ਤਾਂ ਵੀ ਮੁਆਵਜ਼ਾ, ਧੁੱਪ ਨੇ ਮਾਰਤਾ ਤਾਂ ਵੀ ਮੁਆਵਜ਼ਾ, ਹਰ ਇੱਕ ਗੱਲ ਤੇ ਮੁਆਵਜ਼ਾ ਸਰਕਾਰ ਤੋਂ ਮੰਗਦੇ ਆ। ਅਸੀਂ ਸਰਕਾਰ ਤੋਂ ਮੰਗਣ ਵਾਸਤੇ ਆ ਵੀ ਗਰੀਬ ਲੋਕਾਂ ਦਾ, ਜਿਹੜੇ ਮਜ਼ਦੂਰ ਮਿਹਨਤ ਕਰਨ ਵਾਲੇ ਆ, ਅੱਜ ਪਿੰਡਾਂ ਦੇ ਵਿੱਚ ਜੇ ਮਜ਼ਦੂਰ ਆਪਦੀ ਦਿਹਾੜੀ ਨੂੰ ਲੈ ਕੇ ਮਤਾ ਪਾਉਂਦੇ ਆ ਜਾਂ ਇਕੱਠੇ ਹੁੰਦੇ ਆ ਤਾਂ ਉਹਨਾਂ ਦਾ ਪਿੰਡਾਂ ਦੇ ਵਿੱਚੋਂ ਬਾਈਕਾਟ ਕੀਤਾ ਜਾਂਦਾ, ਜੇ ਕਿ ਬੰਦ ਹੋਣਾ ਚਾਹੀਦਾ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਆ। ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਤੇ ਬੈਠੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ 'ਚ ਆਈ ਸੀ ਤਾਂ ਮਜ਼ਦੂਰਾਂ ਨੂੰ ਆਸ ਸੀ ਕਿ ਉਹਨਾਂ ਦੀਆਂ ਮੰਗਾਂ ਦੀ ਸੁਣਵਾਈ ਹੋਵੇਗੀ, ਪਰ ਆਪ ਸਰਕਾਰ ਧਨਾੜ ਕਿਸਾਨਾਂ ਦਾ ਪੱਖ ਪੂਰ ਰਹੀ ਹੈ, ਕਿਉਂਕਿ ਕਿਸਾਨਾਂ ਨੂੰ ਜਿੱਥੇ ਸਿੱਧੀ ਬਿਜਾਈ ਲਈ 1500 ਰੁਪਏ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ, ਉਸ ਦੇ ਨਾਲ ਹੀ ਮਜ਼ਦੂਰਾਂ ਨੂੰ ਵੀ 2000 ਪ੍ਰਤੀ ਏਕੜ ਗੁਜ਼ਾਰਾ ਭੱਤਾ ਦੇਣਾ ਚਾਹੀਦਾ ਹੈ। ਜਿਵੇਂ ਕਿ 1500 ਰੁਪਿਆ ਕਿੱਲੇ ਦਾ ਭਗਵੰਤ ਮਾਨ ਨੇ ਜਿਹੜਾ ਹੈਗਾ ਐਲਾਨ ਕੀਤਾ ਸਿੱਧੀ ਬਿਜਾਈ ਦਾ, ਅਸੀਂ ਉਹਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਕਹਿੰਦੇ ਆ ਵੀ ਉਸ ਖਜ਼ਾਨੇ 'ਚੋਂ ਪੈਸਾ ਜਾਣਾ ਕਿ ਜਿਹੜੇ ਖਜ਼ਾਨੇ 'ਚ ਟੈਕਸ ਮਜ਼ਦੂਰ ਵੀ ਦਿੰਦੇ ਆ। ਅਸੀਂ ਕਹਿੰਦੇ ਆ ਇਹਦੇ ਨਾਲ ਵੀ ਮਜ਼ਦੂਰ ਬੇਰੁਜ਼ਗਾਰ ਹੋਣਗੇ, ਵੀ ਜੇ ਕਿਸਾਨਾਂ ਨੂੰ ਸਿੱਧੀ ਬਿਜਾਈ ਦਾ 1500 ਰੁਪਿਆ ਦੇਣਾ ਤਾਂ 2000 ਰੁਪਿਆ ਪਰ ਏਕੜ ਮਜ਼ਦੂਰਾਂ ਨੂੰ ਉਹਨਾਂ ਦਾ ਗੁਜ਼ਾਰਾ ਭੱਤਾ
ਪਤਾ ਦੇਣਾ ਚਾਹੀਦਾ। ਬਾਕੀ ਅਸੀਂ ਜਿਹੜੇ ਪਿੰਡਾਂ ਦੇ ਘੜਮ ਚੌਧਰੀ ਮਜ਼ਦੂਰਾਂ ਦੀਆਂ ਮਤਲਬ ਕਿ ਮੰਗਾਂ ਨੂੰ ਲੈ ਕੇ, ਮਜ਼ਦੂਰਾਂ ਦੀ ਝੋਨੇ ਦੀ ਲਵਾਈ ਨੂੰ ਲੈ ਕੇ ਬਾਈਕਾਟ ਕਰਦੇ ਆ, ਅਸੀਂ ਉਹਨਾਂ ਦੇ ਪਰਚਾ ਦੇਣ ਦੀ ਮੰਗ ਵੀ ਸਾਡੀ ਹੈਗੀ ਆ। ਬਾਕੀ ਅਸੀਂ ਕਹਿੰਦੇ ਵੀ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜਾ ਮਜ਼ਦੂਰਾਂ ਦੀ ਦਿਹਾੜੀ ਆ ਉਹ 700 ਰੁਪਈਆ ਤੇ ਝੋਨੇ ਦੀ ਲਵਾਈ ਉਹ 6,000 ਰੁਪਈਆ ਕੀਤੀ ਜਾਵੇ। ਨਰੇਗਾ ਤਹਿਤ ਮਜ਼ਦੂਰਾਂ ਦੀ ਦਿਹਾੜੀ ਜਿਹੜੀ 700 ਰੁਪਈਆ ਤੇ ਜਿਹੜਾ ਹੈਗਾ ਪੂਰਾ 200 ਦਿਨ ਕੰਮ ਦਿੱਤਾ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਡੀਸੀ ਬਰਨਾਲਾ ਰਾਹੀਂ ਮੰਗ ਪੱਤਰ ਦੇਣਾ ਹੈ। ਬਠਿੰਡਾ ਤੋਂ ਪ੍ਰਿਤਪਾਲ ਸਿੰਘ ਅਤੇ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਹੁਣ ਸੂਬੇ ਦੇ ਸਭ ਤੋਂ ਵੱਡੇ ਮੁੱਦੇ ਦੀ ਗੱਲ ਕਰਦੇ ਹਾਂ। ਸਭ ਤੋਂ ਵੱਡਾ ਮੁੱਦਾ ਕਿਹੜਾ ਹੈ? ਨਸ਼ਾ ਵੀ ਚਿੱਟਾ। ਪਰ ਚਿੱਟੇ ਦਾ ਕਹਿਰ ਜਿਹੜਾ ਹੈ ਉਹ ਲੱਖ ਸਰਕਾਰੀ ਦਾਅਵਿਆਂ ਵਾਅਦਿਆਂ ਦੇ ਬਾਵਜੂਦ ਉਸੇ ਤਰ੍ਹਾਂ ਬਾਦਸਤੂਰ ਜਾਰੀ ਹੈ। ਬਠਿੰਡਾ ਤੋਂ ਇੱਕ ਹੋਰ ਅੱਜ ਖਬਰ ਆਈ ਹੈ ਕਿ ਚਿੱਟੇ ਦੇ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਧੁੱਤ ਇੱਕ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਬੇਹੋਸ਼ੀ ਦੀ ਹਾਲਤ ਦੇ ਵਿੱਚ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਵਿਖਾਉਂਦੇ ਹਾਂ ਪੂਰੀ ਖਬਰ। ਨਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਖੋ ਰਿਹਾ ਹੈ, ਪਰ ਅਫਸੋਸ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਨਜ਼ਰ ਆ ਰਹੇ ਹਨ। ਨਿਤ ਦਿਨ ਨੌਜਵਾਨਾਂ ਦੀਆਂ ਲਾਸ਼ਾਂ ਕਦੇ ਖਾਲੀ ਪਲਾਟਾਂ ਤੇ ਕਦੇ ਸੁੰਨਸਾਨ ਥਾਵਾਂ ਤੋਂ ਮਿਲ ਰਹੀਆਂ ਹਨ। ਅੱਜ ਇਸੇ ਤਰ੍ਹਾਂ ਹੀ ਬਠਿੰਡਾ ਨੇੜੇ ਗਿੱਲਪੱਤੀ ਰੋਡ ਤੇ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਨੌਜਵਾਨ ਪਿਆ ਮਿਲਿਆ, ਜਿਸ ਦੀ ਸੂਚਨਾ ਤੁਰੰਤ ਸਹਾਰਾ ਜਨ ਸੇਵਾ ਨੂੰ ਦਿੱਤੀ ਗਈ, ਜਿਸ ਦੇ ਬਾਅਦ ਸੰਸਥਾ ਦੇ ਵਲੰਟੀਅਰਾਂ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ, ਜਿਸ ਦੀ ਜੇਬ ਵਿੱਚੋਂ ਇੱਕ ਸਿਰਿੰਜ ਮਿਲਣ ਦੀ ਵੀ ਗੱਲ ਕਹੀ ਜਾ ਰਹੀ ਹੈ ਤੇ ਗਨੀਮਤ ਰਹੀ ਕਿ ਸਮੇਂ ਸਿਰ ਇਲਾਜ ਮਿਲਣ ਤੇ ਉਕਤ ਨੌਜਵਾਨ ਦੀ ਜਾਨ ਬਚ ਗਈ। ਅੱਜ ਸਹਾਰਾ ਕੰਟਰੋਲ ਰੂਮ ਵਿੱਚ ਫੋਨ ਆਇਆ ਸੀ ਕਿ ਗਿੱਲਪੱਤੀ ਕੋਲੇ ਇੱਕ ਸੈਲਫ ਰੋਡ ਤੇ ਇੱਕ ਮੁੰਡਾ ਡਿੱਗਿਆ ਪਿਆ ਹੈ। ਜਦੋਂ ਅਸੀਂ ਆਪਦੀ ਐਂਬੂਲੈਂਸ ਲੈ ਕੇ ਘਟਨਾ ਸਥਲ ਤੇ ਪਹੁੰਚੇ ਤੇ ਦੇਖਿਆ ਇੱਕ ਮੁੰਡਾ ਨੌਜਵਾਨ ਜਿਹੜਾ ਕਿ 20-22 ਸਾਲ ਦੀ ਉਮਰ ਦਾ ਹੈ, ਬੇਹੋਸ਼ੀ ਦੀ ਹਾਲਾਤ ਦੇ ਵਿੱਚ ਪਿਆ ਸੀਗਾ, ਜਿਹਨੂੰ ਚੱਕ ਕੇ ਸਿਵਲ ਹਸਪੀਟਲ ਬਠਿੰਡਾ ਲਿਆਏ ਆ ਤੇ ਐਮਰਜੈਂਸੀ ਦੇ ਵਿੱਚ ਐਡਮਿਟ ਕਰਾ ਰਹੇ ਆ ਤਾਂ ਉਹਦਾ ਇਲਾਜ ਕਰਾ ਰਹੇ ਆ। ਤਲਾਸ਼ੀ ਦੇ ਦੌਰਾਨ ਉਹਦੀ ਜੇਬ 'ਚੋਂ ਇੱਕ ਸਿਰਿੰਜ ਮਿਲੀ ਹੈ ਤੇ ਟੀਕਾ ਸਿਰਿੰਜ ਮਿਲਿਆ ਖਾਲੀ। ਨਸ਼ੇ ਦੀ ਹਾਲਾਤ ਦੇ ਵਿੱਚ ਪਿਆ, ਬੇਹੋਸ਼ੀ ਦੀ ਹਾਲਾਤ 'ਚ ਪਿਆ। ਹੁਣ ਕੀ ਕਹਿ ਸਕਦੇ ਹਾਂ, ਬਾਕੀ ਡਾਕਟਰ ਦੱਸਣਗੇ। ਤੇ ਹੁਣ ਸੁਣਾ ਦਿੰਨੇ ਆ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇਹ ਨੌਜਵਾਨ ਕੀ ਕਹਿ ਰਿਹਾ ਹੈ। ਕੁਝ ਨਹੀਂ ਆ, ਚਿੱਟਾ ਇਹ ਪਤਾ ਨਹੀਂ ਮੁੰਡੇ ਲੈ ਕੇ ਦਿੱਤਾ ਸੀ। ਆਲੋਕ ਦੀ ਬਾਦੀ ਮਿਲਦਾ ਜੀ, ਸਾਰੀ ਏਰੀਆ 'ਚ ਮਿਲਦਾ ਜੀ, ਉਧਰ ਵੀ ਮਿਲਦਾ ਹੈ, ਨਹੀਂ ਸਾਡੇ ਏਰੀਆ 'ਚ ਹੀ ਮਿਲਦਾ ਹੈ। ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਦੇ ਦੱਸਣ ਮੁਤਾਬਕ ਉਕਤ ਨੌਜਵਾਨ ਦੀ ਪਹਿਚਾਣ ਵਿਜੇ ਕੁਮਾਰ ਵਾਸੀ ਆਵਾ ਬਸਤੀ ਬਠਿੰਡਾ ਵਜੋਂ ਹੋਈ ਹੈ, ਜਿਸ ਨੇ ਚਿੱਟਾ ਨਸ਼ਾ ਕੀਤਾ ਹੋਇਆ ਸੀ ਤੇ ਮੌਕੇ ਤੇ ਇਲਾਜ ਮਿਲਣ ਨਾਲ ਇਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਆਵਾ ਬਸਤੀ ਦਾ ਰਹਿਣ ਵਾਲਾ ਹੈ। ਅੱਜ ਇਹਨੇ ਚਿੱਟੇ ਦਾ ਨਸ਼ਾ ਜਿਹੜਾ ਕੀਤਾ, ਕਾਫੀ ਵੱਡੀ ਮਾਤਰਾ 'ਚ ਕੀਤਾ ਗਿਆ। ਉਦੋਂ ਬਾਅਦ ਇਹ ਬੇਹੋਸ਼ ਹੋ ਗਿਆ। ਇਹਨੂੰ ਸਹਾਰਾ ਦੇ ਵਰਕਰ ਚੱਕ ਕੇ ਸਾਡੇ ਕੋਲੇ ਲਿਆਏ। ਟਾਈਮ ਸਿਰ ਇਹਨੂੰ ਡਾਕਟਰੀ ਸਹਾਇਤਾ ਮਿਲਣ ਕਰਕੇ ਅਸੀਂ ਇਹਨੂੰ ਉਸ ਓਵਰਡੋਜ਼ 'ਚੋਂ ਬਾਹਰ ਕੱਢ ਲਿਆ ਗਿਆ। ਹੁਣ ਇਹ ਹੋਸ਼ ਵਿੱਚ ਹੈ। ਇਹਨੇ ਆਪ ਦਾ ਨਾਮ ਵੀ ਆਪ ਦੱਸਿਆ, ਆਪ ਦਾ ਰਹਿਣ ਦਾ ਟਿਕਾਣਾ ਵੀ ਦੱਸਿਆ ਗਿਆ ਤੇ ਹੁਣ ਇਹ ਖਤਰੇ ਤੋਂ ਬਾਹਰ ਹੈ। ਕਾਬਲੇ ਗੌਰ ਹੈ ਕਿ ਨਿਤ ਦਿਨ ਕਿਤੇ ਨਾ ਕਿਤੇ ਨੌਜਵਾਨ ਇਉਂ ਹੀ ਬੇਸੁੱਧ ਪਏ ਮਿਲਦੇ ਹਨ, ਜਿਨ੍ਹਾਂ ਵਿੱਚੋਂ ਕੁਝ ਹੀ ਅਜਿਹੇ ਨੌਜਵਾਨ ਹੁੰਦੇ ਹਨ ਜਿਨ੍ਹਾਂ ਦੀ ਜਾਨ ਬਚ ਜਾਂਦੀ ਹੈ, ਨਹੀਂ ਤਾਂ ਜ਼ਿਆਦਾਤਰ ਨਸ਼ੇ ਦੀ ਭੇਟ ਚੜ ਜਾਂਦੇ ਨੇ। ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਨੂੰ ਲੈ ਕੇ ਆਮ ਲੋਕ ਸਹਿਮ ਦੇ ਮਾਹੌਲ 'ਚ ਹਨ, ਜਿਨ੍ਹਾਂ ਨੂੰ ਆਪਣੇ ਜਵਾਨ ਪੁੱਤਾਂ ਦਾ ਫਿਕਰ ਸਤਾ ਰਿਹਾ ਹੈ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਚਿੱਟੇ ਦੇ ਇਹ ਕਹਿਰ ਦੀ ਕਹਾਣੀ ਸਿਰਫ ਬਠਿੰਡਾ ਦੀ ਨਹੀਂ ਹੈ, ਜਾਂ ਕਹਿ ਲਈਏ ਕਿਸੇ ਇੱਕ ਖਾਸ ਜ਼ਿਲ੍ਹੇ ਦੀ ਨਹੀਂ ਹੈ, ਬਲਕਿ ਪੂਰੇ ਸੂਬੇ ਦੀ ਹੈ ਔਰ ਬਹੁਤ ਗੰਭੀਰ ਹੋ ਚੁੱਕੀ ਹੈ। ਔਰ ਇਸੇ ਨਾਲ ਜੁੜੀ ਇੱਕ ਹੋਰ ਖਬਰ ਹੈ ਫਰੀਦਕੋਟ ਤੋਂ, ਜਿੱਥੇ ਬੀਤੇ 4 ਦਿਨਾਂ ਦੇ ਵਿੱਚ 2 ਨੌਜਵਾਨਾਂ ਦੀ ਜਾਨ ਚਿੱਟੇ ਨੇ ਲੈ ਲਈ ਹੈ। ਵਿਖਾਉਂਦੇ ਹਾਂ ਇੱਕ ਹੋਰ ਖਬਰ। ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਮੰਦਭਾਗਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਫਰੀਦਕੋਟ ਦੀ ਹੈ, ਜਿੱਥੇ ਬਾਜ਼ੀਗਰ ਬਸਤੀ ਵਾਸੀ 30 ਸਾਲਾ ਵਰਿੰਦਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਵਰਿੰਦਰ ਸਿੰਘ ਨਸ਼ੇ ਦਾ ਆਦੀ ਸੀ, ਜਿਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਅੱਜ ਵਰਿੰਦਰ ਸਿੰਘ ਘਰ ਵਿੱਚ ਅਚਾਨਕ ਡਿੱਗ ਪਿਆ, ਜਿਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨਸ਼ਾ ਕਰਦਾ ਸੀ, ਘਰੋਂ ਸਮਾਨ ਚੋਰੀ ਕਰ ਲੈਂਦਾ ਸੀ, ਕਦੇ ਦਿਹਾੜੀ ਲਾ ਕੇ ਖਾ ਲੈਂਦਾ ਸੀ, ਬਸ ਨਸ਼ਾ ਕਰਦਾ ਸੀ। ਅਸੀਂ ਤਾਂ ਜਦੋਂ ਘਰੇ ਆ ਕੇ ਦੇਖਿਆ ਤਾਂ ਬੈੱਡ ਤੋਂ ਯਾਨੀ ਕਿ ਡੈਡ ਹੀ ਮਿਲਿਆ। ਉਦੋਂ ਬਾਅਦ ਮੈਂ ਉਹਨੂੰ ਚੱਕ ਕੇ ਹਸਪਤਾਲ ਲਿਆ, ਹਸਪਤਾਲ ਵਾਲਿਆਂ ਨੇ ਜਵਾਬ ਦਿੱਤਾ। ਅਸੀਂ ਤਾਂ ਅਪੀਲ ਸਰਕਾਰ ਨੂੰ ਇਹ ਕਰਨੇ ਵੀ ਸਾਡਾ ਜਿਹੜਾ ਜਾਣਾ ਸੀ ਚਲਾ ਗਿਆ, ਅੱਗੇ ਸਰਕਾਰ ਕਾਰਵਾਈ ਕਰੇ ਦੂਜਿਆਂ ਤੇ ਜੀ, ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਬਚਾਇਆ ਜਾਵੇ। ਇੱਥੇ ਹੀ ਸਮਾਜ ਸੇਵੀ ਤੇ ਸ਼ਹਿਰ ਵਾਸੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।
ਜਿਸ ਲਈ ਉਹਨਾਂ ਦੀ ਪੰਜਾਬ ਸਰਕਾਰ ਤੇ ਵਿਧਾਇਕ ਗੁਰਦਿੱਤ ਸੇਖੋਂ ਨੂੰ ਅਪੀਲ ਹੈ ਕਿ ਸ਼ਹਿਰ ਵਿੱਚ ਨਸ਼ਾ ਤਸਕਰੀ ਦੀ ਰੋਕਥਾਮ ਲਈ ਕਾਰਵਾਈ ਕੀਤੀ ਜਾਵੇ। ਤੇ ਜਿਵੇਂ ਕਿ ਚਿੱਟਾ ਬਹੁਤ ਜ਼ਿਆਦਾ ਵੱਧ ਚੁੱਕਿਆ, ਅਸੀਂ ਉਮੀਦ ਰਾਈ ਸੀ ਵੀ ਲੋਕਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਨਹੀਂ, ਸੁੱਟੀਆਂ ਸੀ। ਲੋਕਾਂ ਨੇ ਪਾਈਆਂ ਸੁੱਟ ਕੇ ਸੁੱਟੀਆਂ ਸੀ, ਇੰਨੀਆਂ ਸੁੱਟੀਆਂ ਸੀ ਵੀ 92 ਸੀਟਾਂ ਆਈਆਂ ਉਹਨਾਂ ਨੂੰ। ਪਰ ਉਦੋਂ ਦਾ ਜਿਹੜਾ ਚਿੱਟਾ ਹੈ ਬਹੁਤ ਜ਼ਿਆਦਾ ਵੱਧ ਗਿਆ। ਨਸ਼ੇ ਦਾ ਦੂਜੇ ਵੀ ਵਧਿਆ, ਚਿੱਟਾ ਬਹੁਤ ਜ਼ਿਆਦਾ ਵੱਧ ਗਿਆ। ਜਿਹੜੀਆਂ ਮੈਨੂੰ ਹਫ਼ਤੇ ਦੇ ਵਿੱਚ 2-3 ਮੌਤਾਂ ਹੋ ਚੁੱਕੀਆਂ ਫਰੀਦਕੋਟ ਜ਼ਿਲ੍ਹੇ ਵਿੱਚ ਹੀ। ਕਿ ਅੱਜ ਕੱਲ੍ਹ ਪੂਰੇ ਪੰਜਾਬ ਵਿੱਚ ਆਮ ਜਿਹੀਆਂ ਮੌਤਾਂ ਦੀ ਗਿਣਤੀ ਡੇਲੀ 2-3 ਅਸੀਂ ਖਬਰਾਂ 'ਚ ਫੇਸਬੁੱਕ ਤੇ ਸਾਰਾ ਦਿਨ ਦੇਖਦੇ ਹੀ ਰਹਿੰਦੇ ਹਾਂ। ਸਾਡੀ ਪੰਜਾਬ ਸਰਕਾਰ ਤੋਂ ਸਾਨੂੰ ਇਹੀ ਬੇਨਤੀ ਹੈ, ਸਰਕਾਰ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਲਗਾਮ ਲਗਾਈ ਜਾਵੇ। ਰੁਜ਼ਗਾਰ ਵੀ ਬਾਅਦ 'ਚ ਮਿਲ ਜਾਏਗਾ, ਰੁਜ਼ਗਾਰ ਇੰਨਾ ਜ਼ਰੂਰੀ ਨਹੀਂ। ਇਹ ਚਿੱਟਾ ਬੰਦ ਕਰਾਉਣਾ ਸਭ ਤੋਂ ਪਹਿਲਾਂ ਜ਼ਰੂਰੀ ਆ, ਨਹੀਂ ਤਾਂ ਇਹ ਨੌਜਵਾਨੀ ਖਤਮ ਹੋ ਜਾਏਗੀ। ਜੇ ਨੌਜਵਾਨੀ ਹੋਏਗੀ ਤਾਂ ਨੌਕਰੀਆਂ ਦੀ ਲੋੜ ਪਏਗੀ। ਥਾਣਾ ਸਿਟੀ ਦੇ ਐਸਐਚਓ ਦੇ ਦੱਸਣ ਮੁਤਾਬਕ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਜੀ ਇੱਕ 30-32 ਸਾਲ ਦਾ ਨੌਜਵਾਨ ਹੈ, ਉਹਦੀ ਡੈਥ ਹੋਈ ਹੈ ਅੱਜ, ਤੇ ਨਸ਼ੇ ਕਰਨ ਦਾ ਆਦੀ ਵੀ ਰਿਹਾ ਤੇ ਉਹਨੂੰ ਬਿਮਾਰੀਆਂ ਕਾਫੀ ਸੀਗੀਆਂ। ਉਹਦੀ ਫੈਮਿਲੀ ਦੇ ਦੱਸਣ ਮੁਤਾਬਕ ਕਾਫੀ ਉਹਨੂੰ ਬਿਮਾਰੀ ਨਾਲ ਚੱਲ ਰਹੀ ਸੀ, ਕਮਜ਼ੋਰ ਸੀ ਕਾਫੀ, ਜਿਹਦੇ ਕਰਕੇ ਉਹ ਘਰੇ ਸੀ। ਅੱਜ 9-9:30 ਦੇ ਦਰਮਿਆਨ ਟੀਵੀ ਦੇਖਦਾ ਉਹਦੀ ਡੈਥ ਹੋ ਗਈ ਘਰ ਪਏ ਦੀ। ਤੇ ਉਹਦੀ ਮੌਤ ਦੇ ਕਾਰਨ ਜਾਣਨ ਲਈ ਅਸੀਂ ਉਹਦਾ ਪੋਸਟਮਾਰਟਮ ਕਰਾ ਰਹੇ ਹਾਂ, ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਕਾਰਨ ਕਾਜ਼ ਆਫ ਡੈਥ ਕੀ ਸੀ। ਫਰੀਦਕੋਟ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਹੁਣ ਗੱਲ ਤੁਹਾਡੀ ਸਿਹਤ ਨਾਲ ਜੁੜੀ ਹੋਈ ਕਰ ਲੈਂਦੇ ਆ। ਡੇਂਗੂ ਦਾ ਵੱਡਾ ਖਤਰਾ ਹਰ ਸੀਜ਼ਨ ਦੇ ਵਿੱਚ ਬਠਿੰਡਾ ਵਾਸੀਆਂ ਨੂੰ ਪੇਸ਼ ਆਉਂਦਾ ਹੈ ਤੇ ਇਸ ਵਾਰ ਵੀ ਤੁਹਾਨੂੰ ਦੱਸ ਦਈਏ ਕਿ ਮਈ ਮਹੀਨੇ ਦੇ ਵਿੱਚ ਹੀ ਡੇਂਗੂ ਦਾ ਲਾਰਵਾ ਮਿਲਣਾ ਸ਼ੁਰੂ ਹੋ ਗਿਆ ਹੈ, ਯਾਨੀ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਅਗਲੇ ਦਿਨਾਂ ਦੇ ਵਿੱਚ ਡੇਂਗੂ ਦਾ ਕਹਿਰ ਵਰਪ ਸਕਦਾ ਹੈ। ਪਰ ਦੱਸ ਦਈਏ ਕਿ ਦੂਜੇ ਪਾਸੇ ਸਿਹਤ ਵਿਭਾਗ ਜਿਹੜਾ ਹੈ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਪੂਰੀ ਮੁਸਤੈਦੀ ਦਿਖਾ ਰਿਹਾ ਹੈ ਤੇ ਮਰੀਜ਼ਾਂ ਦੇ ਇਲਾਜ ਦਾ ਜਿਹੜਾ ਪ੍ਰਬੰਧ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ। ਡੇਂਗੂ ਵਾਰਡ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ। 2 ਸਾਲਾਂ ਦੌਰਾਨ ਕਰੋਨਾ ਦੇ ਪ੍ਰਕੋਪ ਦੇ ਨਾਲ ਹੀ ਡੇਂਗੂ ਦਾ ਵੀ ਵੱਡਾ ਅਸਰ ਦੇਖਣ ਨੂੰ ਮਿਲਿਆ ਸੀ, ਜਿਸ ਦੇ ਚੱਲਦਿਆਂ ਬੀਤੇ ਵਰੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਰੀਬ 2800 ਡੇਂਗੂ ਦੇ ਕੇਸ ਸਾਹਮਣੇ ਆਏ ਤੇ ਇਹ ਆંકੜਾ ਸਰਕਾਰੀ ਹਸਪਤਾਲ ਦੇ ਮੁਤਾਬਕ ਹੈ, ਜਦਕਿ ਅਸਲ ਵਿੱਚ ਇਹ ਕੇਸ ਇਸ ਤੋਂ ਕਿਤੇ ਵੱਧ ਸਨ। ਹੁਣ ਫਿਰ ਤੋਂ ਡੇਂਗੂ ਦੇ ਸੀਜ਼ਨ ਦੇ ਖਦਸ਼ੇ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਪ੍ਰਬੰਧ ਪੁਖਤਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਵੈਸੇ ਤਾਂ ਹਰ ਸਾਲ ਹੀ ਸਿਹਤ ਵਿਭਾਗ ਵੱਲੋਂ ਪ੍ਰਬੰਧਾਂ ਦੇ ਪੁਖਤਾ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ਤੇ ਇਹਨਾਂ ਦਾਅਵਿਆਂ ਦੀ ਹਕੀਕਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਲੱਗ ਜਾਂਦੀ ਹੈ ਤੇ ਸਿਹਤ ਵਿਭਾਗ ਦੇ ਸਾਰੇ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ। ਇਸ ਦੌਰਾਨ ਸਰਕਾਰੀ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਦੇ ਚੱਲਦਿਆਂ ਮਰੀਜ਼ਾਂ ਨੂੰ ਖੂਨ ਨਹੀਂ ਮਿਲਦਾ ਤੇ ਖੂਨ ਲਈ ਨਿੱਜੀ ਲੈਬਸ ਤੇ ਇਲਾਜ ਲਈ ਮਰੀਜ਼ਾਂ ਨੂੰ ਨਿੱਜੀ ਹਸਪਤਾਲ ਜਾ ਕੇ ਵੱਡੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਵਾਰ ਫਿਰ ਸਿਹਤ ਵਿਭਾਗ ਬਠਿੰਡਾ ਦੇ ਸਿਵਲ ਹਸਪਤਾਲ 'ਚ ਡੇਂਗੂ ਵਾਰਡ ਤਿਆਰ ਕੀਤੇ ਜਾਣ ਤੇ ਪੂਰੇ ਜ਼ਿਲ੍ਹੇ ਵਿੱਚ ਡੇਂਗੂ ਮਰੀਜ਼ਾਂ ਲਈ 39 ਬੈੱਡ ਦੀ ਵਿਵਸਥਾ ਦੀ ਗੱਲ ਕਰ ਰਿਹਾ ਹੈ। ਸਾਡੇ ਸਿਵਲ ਹਸਪਤਾਲ 'ਚ ਡੇਂਗੂ ਵਾਰਡ ਤਿਆਰ ਕਰਤਾ ਹੈ, ਉਹ ਇੱਕ ਵਾਰੀ 6 ਬੈੱਡ ਲਗਾਏ ਹੈਗੇ ਆ, ਕਿਉਂਕਿ ਇਸ ਟਾਈਮ ਪੇਸ਼ੈਂਟ ਹਾਲੇ ਡੇਂਗੂ ਦਾ ਕੋਈ ਨਹੀਂ ਹੈਗਾ। ਪੂਰੇ ਜ਼ਿਲ੍ਹੇ ਦੇ ਵਿੱਚ 39 ਬੈੱਡਸ ਤਿਆਰ ਕੀਤੇ ਗਏ ਡੇਂਗੂ ਵਾਸਤੇ ਤੇ ਡੇਂਗੂ ਵਾਰਡ ਜਿੱਥੇ ਵੀ ਆਪਣੇ ਸੀਐਸਸੀ ਹੈਗੀਆਂ ਉੱਥੇ ਡੇਂਗੂ ਵਾਰਡ ਬਣਾਏ ਗਏ। ਅਹਿਮ ਗੱਲ ਇਹ ਹੈ ਕਿ ਮਈ ਮਹੀਨੇ ਤੱਕ ਸਿਹਤ ਵਿਭਾਗ ਦੀ ਟੀਮ ਨੂੰ ਸ਼ਹਿਰ ਅੰਦਰ ਹੁਣ ਤੱਕ ਕਰੀਬ 3 ਦਰਜਨ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲ ਚੁੱਕਿਆ ਹੈ, ਜਿਸ ਨੂੰ ਲੈ ਕੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਡੇਂਗੂ ਦੇ ਸੀਜ਼ਨ ਤੋਂ ਪਹਿਲਾਂ ਹੀ ਲਾਰਵਾ ਮਿਲ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਹਾਲਾਤ ਕੀ ਹੋਣਗੇ। ਸਿਹਤ ਵਿਭਾਗ ਵੱਲੋਂ ਗਠਿਤ ਕੀਤੀਆਂ ਗਈਆਂ 16 ਟੀਮਾਂ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਜਾ ਕੇ ਚੈਕਿੰਗ ਕਰ ਰਹੀਆਂ ਹਨ, ਜਿਸ ਦੌਰਾਨ ਇਹ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਉਹ ਆਪਣੇ ਘਰਾਂ 'ਚ ਪਾਣੀ ਇਕੱਠਾ ਨਾ ਹੋਣ ਦੇਣ, ਕਿਉਂਕਿ ਡੇਂਗੂ ਮੱਛਰ ਸਾਫ਼ ਪਾਣੀ 'ਚ ਪੈਦਾ ਹੁੰਦਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣ। ਅਵੇਅਰਨੈਸ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਆਪਣੀਆਂ ਅਲੱਗ-ਅਲੱਗ ਫੀਲਡ ਦੇ ਵਿੱਚ ਟੀਮਸ ਜਾ ਰਹੀਆਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਲਾਰਵੇ ਚੈੱਕ ਕਰਨ ਵਾਸਤੇ ਤੇ ਆਫਿਸਿਸ ਦੇ ਵਿੱਚ ਲਾਰਵਾ ਚੈੱਕ ਕਰਨ ਵਾਸਤੇ ਟੀਮਸ ਜਾ ਰਹੀਆਂ। ਟੋਟਲ ਹਰ ਏਰੀਏ 'ਚ ਟੀਮ ਜਾ ਰਹੀ ਹੈ ਤੇ ਕੰਮ ਆਪਣਾ ਸ਼ੁਰੂ ਹੈ ਬਠਿੰਡੇ 'ਚ। ਲਾਰਵੇ ਇਸ ਤਰ੍ਹਾਂ ਦੇ ਨਹੀਂ, ਨੰਬਰ ਆਫ ਲਾਰਵਾ ਤੇ ਨਹੀਂ ਪਰ ਕੁਝ ਕਹਿ ਸਕਦੇ, ਪਰ ਕਈ ਜਗ੍ਹਾ ਤੇ ਮਿਲੇ ਆ, ਲੋਕਾਂ ਦੇ ਕੂਲਰਸ ਦੇ ਵਿੱਚ ਲਾਰਵਾ ਮਿਲੇ ਹੈਗੇ ਆ, ਕਈ ਆਫਿਸਿਸ 'ਚ ਵੀ ਮਿਲੇ ਆ। ਲੋਕਾਂ ਨੂੰ ਇਹ ਵੀ ਪਾਣੀ ਜਿਹੜਾ ਉਹ ਇਸ ਤਰ੍ਹਾਂ ਕਲੈਕਟ ਨਹੀਂ ਕਰਕੇ ਰੱਖਣਾ ਚਾਹੀਦਾ, ਕਿਸੇ ਵੀ ਜਗ੍ਹਾ ਤੇ ਪਾਣੀ ਕਲੈਕਟਡ ਨਹੀਂ ਹੋਣਾ ਚਾਹੀਦਾ ਅਨਕਵਰਡ, ਕਿਤੇ ਬਿਨਾਂ ਢੱਕਣ ਤੋਂ। ਜਿਵੇਂ ਪਸ਼ੂਆਂ ਨੂੰ ਆਪਾਂ ਪਾਣੀ ਪਾਉਂਦੇ ਹਾਂ ਜਾਂ ਪਕਸ਼ੀਆਂ ਨੂੰ ਪਾਣੀ ਪਾਉਂਦੇ ਹਾਂ, ਉਹ ਪਾਣੀ ਪਾ ਕੇ ਉਹਨੂੰ ਹਰ ਰੋਜ਼ ਚੇਂਜ ਕਰਨਾ ਚਾਹੀਦਾ ਹੈ ਪਾਣੀ।
ਹਰ ਰੋਜ਼ ਚੇਂਜ ਕਰਨਾ ਚਾਹੀਦਾ ਔਰ ਬਰਤਨ ਨੂੰ ਚੰਗੀ ਤਰ੍ਹਾਂ ਸਕਰਬ ਕਰਕੇ ਸਾਫ਼ ਕਰਨਾ ਚਾਹੀਦਾ ਤੇ ਜਿਹੜੇ ਕੂਲਰਸ ਵਗੈਰਾ ਉਹਨਾਂ ਨੂੰ ਹਮੇਸ਼ਾ ਉਹਨਾਂ ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਤੇ ਫਰਾਈਡੇ ਨੂੰ ਇੱਕ ਡਰਾਈ ਡੇ ਮਨਾਉਣਾ ਚਾਹੀਦਾ ਜਿਸ 'ਚ ਆਪਾਂ ਕੂਲਰ ਵਗੈਰਾ ਖਾਲੀ ਕਰਕੇ ਜਿੱਥੇ ਜਿੱਥੇ ਵੀ ਪਾਣੀ ਹੈਗਾ ਉਹਨੂੰ ਖਾਲੀ ਕਰਕੇ ਉਹਨੂੰ ਸਕਰਬ ਕਰਕੇ ਸਾਫ਼ ਕੀਤਾ ਜਾਵੇ ਫਿਰ ਦੁਬਾਰਾ ਉਹਨੂੰ ਫਿਲ ਕੀਤਾ ਜਾਵੇ। ਉਹਦੇ ਨਾਲ ਜੇ ਸਾਰੇ ਆਪਣੇ ਲੋਕ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣਗੇ ਤੇ ਅਸੀਂ ਸਭ ਲੋਕ ਡੇਂਗੂ ਤੋਂ ਬਚ ਜਾਵਾਂਗੇ। ਕਾਬਲੇ ਗੌਰ ਹੈ ਕਿ ਇੱਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹਤਿਆਤ ਵਰਤਣ ਤੇ ਆਪਣੇ ਘਰਾਂ ਦੇ ਆਸ-ਪਾਸ ਤੇ ਘਰਾਂ 'ਚ ਖਾਲੀ ਪਏ ਭਾਂਡਿਆਂ ਜਾਂ ਗਮਲਿਆਂ 'ਚ ਪਾਣੀ ਇਕੱਠਾ ਨਾ ਹੋਣ ਦੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਹੁਣ ਗੱਲ ਕਰਦੇ ਹਾਂ ਬਠਿੰਡਾ ਦੇ ਸਬਜ਼ੀ ਵਿਕਰੇਤਾਵਾਂ ਦੀ। ਬਠਿੰਡਾ ਦੇ ਸਬਜ਼ੀ ਮੰਡੀ ਸਥਿਤ ਸਬਜ਼ੀ ਵਿਕਰੇਤਾਵਾਂ ਨੇ ਕਈ ਵਾਰ ਮੁਸ਼ਕਲਾਂ ਸਰਕਾਰ ਅੱਗੇ ਰੱਖੀਆਂ ਪਰ ਇਹਨਾਂ ਦਾ ਹੱਲ ਨਹੀਂ ਹੋਇਆ ਤੇ ਇਹਨਾਂ ਮੁਸ਼ਕਲਾਂ ਦੇ ਜਾਇਜ਼ੇ ਦੇ ਲਈ ਅੱਜ ਵਿਧਾਇਕ ਜਗਰੂਪ ਗਿੱਲ ਸਬਜ਼ੀ ਮੰਡੀ ਪੁੱਜੇ। ਵੇਖਦੇ ਹਾਂ ਪੂਰੀ ਖਬਰ। ਸਬਜ਼ੀ ਮੰਡੀ 'ਚ ਰੇੜੀ ਫੜੀ ਵਾਲਿਆਂ ਨੂੰ ਜੋ ਮੁਸ਼ਕਲਾਂ ਪੇਸ਼ ਆ ਰਹੀਆਂ ਸਨ ਉਸ ਸੰਬੰਧੀ ਇਹਨਾਂ ਸਬਜ਼ੀ ਵਿਕਰੇਤਾਵਾਂ ਨੇ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮਿਲ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ, ਜਿਨ੍ਹਾਂ ਦੀ ਸ਼ਿਕਾਇਤ ਤੇ ਅੱਜ ਜਗਰੂਪ ਸਿੰਘ ਗਿੱਲ ਨੇ ਮੌਕੇ ਤੇ ਪਹੁੰਚ ਕੇ ਮੰਡੀ ਦਾ ਜਾਇਜ਼ਾ ਲਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਹਿਲ ਦੇ ਆਧਾਰ ਤੇ ਇਹਨਾਂ ਸਬਜ਼ੀ ਵਿਕਰੇਤਾਵਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤੇ ਇਹਨਾਂ ਰੇੜੀ ਫੜੀ ਵਾਲਿਆਂ ਨੂੰ ਕਿਰਾਏ ਸੰਬੰਧੀ ਜੋ ਸਮੱਸਿਆ ਪੇਸ਼ ਆ ਰਹੀ ਹੈ ਉਸ ਨੂੰ ਲੈ ਕੇ ਉਹ ਇੱਕ ਪ੍ਰਪੋਜ਼ਲ ਸਰਕਾਰ ਨੂੰ ਜ਼ਰੂਰ ਭੇਜਣਗੇ ਤਾਂ ਜੋ ਇਹਨਾਂ ਦੀ ਕਿਰਾਏ ਦੀ ਸਮੱਸਿਆ ਸਰਕਾਰ ਤੱਕ ਪਹੁੰਚਾਈ ਜਾ ਸਕੇ ਕਿਉਂਕਿ ਇਹ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ। ਇੱਥੇ 50 ਰੁਪਏ ਪਰਚੀ ਕਲੈਕਟ ਕਰਦੇ ਸੀ ਜਿਹੜੇ ਇੱਥੇ ਪ੍ਰਾਈਵੇਟ ਬੰਦੇ ਸੀ, ਉਹਦੇ ਨਾਲ ਉਹ ਕਹਿੰਦੇ 20-30 ਹਜ਼ਾਰ ਰੁਪਇਆ ਇਕੱਠਾ ਕਰਕੇ ਲੈ ਜਾਂਦੇ ਸੀ। ਜਿੱਦੇ ਮੈਨੂੰ ਪਤਾ ਲੱਗਿਆ ਜਾਂ ਬੰਦੇ ਮੇਰੇ ਕੋਲੇ ਗਏ ਆ, ਮੈਂ ਸੈਕਸ਼ਨ ਉਸੇ ਦਿਨ ਕਹਿੰਦਾ ਸੀ ਕਿ ਸਰਕਾਰ ਦਾ ਜਿਹੜਾ ਇੱਕ ਚੌਕੀਦਾਰ ਹੈ ਉਹ ਇੱਥੇ ਚੌਕੀਦਾਰਾ ਕਰੂਗਾ, ਹੋਰ ਕੋਈ ਬੰਦਾ ਇੱਥੇ ਪੈਸਾ ਨਹੀਂ ਇਕੱਠਾ ਕਰੂਗਾ। ਜਿਹੜੇ ਆ ਜਿੰਨੇ ਵੀ ਬੈਠੇ ਨੇ ਅੱਡਿਆਂ ਵਾਲੇ ਇਹਨਾਂ ਤੋਂ ਕੋਈ ਪੈਸਾ ਨਹੀਂ ਲਊਗਾ। ਸੈਕਿੰਡ ਜਿਹੜੀਆਂ ਇੱਥੇ ਇਹਨਾਂ ਤੋਂ ਸਬਜ਼ੀ ਖਰੀਦਣ ਆਉਂਦੇ ਆ ਐਸ ਫੜ ਮਾਰਕੀਟ ਤੋਂ, ਉਹਨਾਂ ਤੋਂ ਜਿਹੜਾ ਠੇਕੇਦਾਰ ਹੈ ਉਹ 20-30 ਰੁਪਏ ਪਰ ਰੇੜੀ ਇਕੱਠਾ ਕਰਦਾ ਹੈ। ਉਹ ਯੂਜ਼ਰ ਚਾਰਜ ਅਸੀਂ ਕਹਿੰਦੇ ਉਸ 'ਤੇ ਨਹੀਂ ਲੱਗ ਸਕਦੇ। ਸੈਕਟਰੀ ਸਾਹਿਬ ਨੂੰ ਕਹਿੰਦਾ ਕਿ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਜਿਹੜੇ ਇੱਥੇ ਕੰਮ ਕਰਨਗੇ। ਤੀਜੀ ਗੱਲ, ਅਸੀਂ ਪੰਚਾਇਤੀ ਰਾਜ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਪਿਛਲੀਆਂ ਸਰਕਾਰਾਂ ਦੇ ਵਿੱਚ ਇੱਥੇ ਪ੍ਰਧਾਨਗੀ ਸਿਸਟਮ ਸੀ, ਉਹ ਇੱਥੇ ਝਗੜੇ ਵੀ ਹੋਏ। ਮੈਂ ਅਗਰ ਜੇ ਟਰੱਕ ਯੂਨੀਅਨ ਦੇ ਵਿੱਚ ਵੀ ਟਰੱਕ ਯੂਨੀਅਨ ਬਣਾਈ, ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬਣਨਾ। ਉੱਥੇ ਵੀ ਮੈਂ 5 ਬੰਦਿਆਂ ਦੀ ਪੰਚਾਇਤ ਬਣਾਈ ਹੈ ਜਿਹੜੀ ਟਰੱਕ ਯੂਨੀਅਨ ਨੂੰ ਚਲਾ ਰਹੀ ਹੈ। ਸਾਰੇ ਪੰਜਾਬ 'ਚ ਪਹਿਲਾ ਜ਼ਿਲ੍ਹਾ ਬਠਿੰਡਾ ਜਿੱਥੇ ਕੋਈ ਰੌਲਾ ਕਦੇ ਨਹੀਂ ਪਿਆ। ਮੰਡੀ ਦੇ ਵਿੱਚ 5 ਬੰਦਿਆਂ ਦੀ ਪੰਚਾਇਤ, ਪੁਰੀ ਸਾਹਿਬ ਇੱਥੇ ਸਾਡੇ ਸਟੇਟ ਦੇ ਲੋਕ ਸਭਾ ਦੇ ਇੰਚਾਰਜ ਨੇ, ਬਲਾਕ ਪ੍ਰਧਾਨ ਨੇ। ਇਹਨਾਂ ਸਾਰਿਆਂ ਦੀ ਕੰਸੈਂਸਸ ਦੇ ਨਾਲ ਇਹ ਜ਼ਰੂਰੀ ਨਹੀਂ ਬੇਸ਼ੱਕ ਕੋਈ ਛੋਟਾ ਫੜੀ ਵਾਲਾ ਹੈ ਵੱਡਾ ਫੜੀ ਵਾਲਾ ਹੈ, 5 ਬੰਦੇ ਜਿਹੜੇ ਸਿਆਣੇ ਹੈ ਜਿਹੜੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਭਾਵੇਂ ਉਹ ਛੋਟੀਆਂ ਹੋਣ ਵੱਡੀਆਂ ਹੋਣ ਸੁਲਝਾ ਸਕਣ। ਜੇ ਇਹਨਾਂ ਤੋਂ ਕੋਈ ਡਿਫੀਕਲਟੀ ਇਹਨਾਂ ਨੂੰ ਹੋਊਗੀ, ਸਾਡਾ ਬਲਾਕ ਪ੍ਰਧਾਨ ਤੇ ਇੱਕ ਮੈਂਬਰ ਸਾਡਾ ਇਹਨਾਂ ਦੇ ਨਾਲ ਲਗਾਤਾਰ ਰਾਬਤਾ ਰੱਖੂਗਾ, ਉਹ ਇਹ ਸੁਲਝਾਉਣਗੇ। ਜੇ ਫਿਰ ਵੀ ਕੋਈ ਡਿਫੀਕਲਟੀ ਆਊਗੀ ਫਿਰ ਮੈਂ ਇੰਟਰਵੀਨ ਕਰਕੇ ਉਹਨਾਂ ਸਮੱਸਿਆਵਾਂ ਨੂੰ ਸੁਲਝਾਊਂਗਾ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਰਾਸ਼ਨ ਵੰਡ ਪ੍ਰਣਾਲੀ ਦੀ ਗੱਲ ਕਰ ਲਈਏ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਰਾਸ਼ਨ ਵੰਡ ਪ੍ਰਣਾਲੀ ਦੇ ਦੌਰਾਨ ਡਿਪੂ ਹੋਲਡਰਾਂ ਤੇ ਬਹੁਤ ਸਾਰੀਆਂ ਉਂਗਲੀਆਂ ਉੱਠਦੀਆਂ ਰਹੀਆਂ ਨੇ, ਪਰ ਹੁਣ ਉਹੀ ਡਿਪੂ ਹੋਲਡਰ ਸਰਕਾਰ ਦੀ ਆਟਾ ਸਕੀਮ ਦੇ ਉੱਤੇ ਸਵਾਲ ਉਠਾਉਣ ਲੱਗੇ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੇ ਖਿਲਾਫ। ਵੇਖਦੇ ਹਾਂ ਕੀ ਹੈ ਪੂਰੀ ਖਬਰ। ਪੰਜਾਬ ਸਰਕਾਰ ਵੱਲੋਂ ਆਟਾ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਿਪੂ ਹੋਲਡਰਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ, ਜਿਨ੍ਹਾਂ ਦੇ ਇਲਜ਼ਾਮ ਹਨ ਕਿ ਪੰਜਾਬ ਸਰਕਾਰ ਵੱਲੋਂ ਆਟਾ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ, ਜਿਸ ਦਾ ਸਾਰਾ ਕੰਮ ਮਾਰਕਫੈਡ ਨੂੰ ਦਿੱਤਾ ਜਾ ਰਿਹਾ ਹੈ, ਜਿਸ ਰਾਹੀਂ ਸਰਕਾਰ ਆਪਣੇ ਚਹੇਤਿਆਂ ਤੇ ਏਜੰਸੀਆਂ ਨੂੰ ਲਾਇਸੈਂਸ ਦੇ ਕੇ ਡਿਪੂ ਹੋਲਡਰਾਂ ਨੂੰ ਇਸ ਵਿੱਚੋਂ ਬਾਹਰ ਕੱਢ ਦੇਵੇਗੀ। ਜਿਸ ਲਈ ਉਹਨਾਂ ਦੀ ਮੰਗ ਹੈ ਕਿ ਆਟਾ ਸਕੀਮ ਵੀ ਡਿਪੂ ਹੋਲਡਰਾਂ ਰਾਹੀਂ ਹੀ ਚਲਾਈ ਜਾਵੇ, ਜਿਸ ਨਾਲ ਉਹਨਾਂ ਦਾ ਰੁਜ਼ਗਾਰ ਵੀ ਚੱਲਦਾ ਰਹੇ। ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਅੱਜ ਡਿਪੂ ਹੋਲਡਰਾਂ ਵੱਲੋਂ ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਸੂਬੇ ਦੇ ਡਿਪੂ ਹੋਲਡਰਾਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਨਿਵਾਸ ਅੱਗੇ ਪੱਕਾ ਧਰਨਾ ਲਗਾਇਆ ਜਾਏਗਾ। ਇਸ ਤਰ੍ਹਾਂ ਜੀ ਜਿਹੜੇ ਪੰਜਾਬ ਸਰਕਾਰ ਹੈ ਜਿਹੜੀ ਆਟਾ ਸਕੀਮ ਲਾਂਚ ਕਰ ਰਹੀ ਹੈ 1 ਅਕਤੂਬਰ ਤੋਂ, ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰ ਰਹੇ ਹਾਂ ਸੂਬਾ ਪੱਧਰ ਤੇ, ਕਿਉਂਕਿ ਇਹ ਸਾਨੂੰ ਪਤਾ ਲੱਗਿਆ ਵੀ ਜਿਹੜੀ ਇਹ ਨੋਟੀਫਿਕੇਸ਼ਨ ਇਸ ਦਾ ਸਕੀਮ ਦਾ ਹੋ ਚੁੱਕਾ ਹੈ। ਉਹ ਨੋਟੀਫਿਕੇਸ਼ਨ ਦੇ ਵਿੱਚ ਇਹ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਇਹ ਸਾਰਾ ਕੰਮ ਹੈ ਜਿਹੜਾ ਮਾਰਕਫੈਡ ਨੂੰ ਦਿੱਤਾ ਜਾ ਰਿਹਾ ਹੈ।
ਮਾਰਕਫੈਡ ਕੁਝ ਸਰਕਾਰ ਦੇ ਚਹੇਤਿਆਂ ਨੂੰ ਜਾਂ ਆਪਣਿਆਂ ਨੂੰ ਉਹਨਾਂ ਨੂੰ ਨਵੇਂ ਲਾਇਸੈਂਸ ਦੇ ਕੇ ਆਟੇ ਦਾ ਜਿਹੜਾ ਕੰਮ ਹੈ ਸਾਰੇ ਪੰਜਾਬ 'ਚ ਉਹ ਕਰਾਉਣਾ ਚਾਹੁੰਦੀ ਹੈ। ਤੇ ਡੀਪੂ ਹੋਲਡਰ ਜਿਹੜੇ ਪਹਿਲਾਂ ਤੋਂ 50-50 ਸਾਲ ਤੋਂ ਚੱਲ ਰਹੇ ਨੇ ਉਹਨਾਂ ਨੂੰ ਜਿਹੜਾ ਇਹ ਸਿਸਟਮ ਤੋਂ ਬਾਹਰ ਕੱਢਣਾ ਚਾਹੁੰਦੀ ਹੈ। ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ। ਅਸੀਂ ਚਾਹੁੰਦੇ ਕਿ ਜਿਹੜੀ ਇਹ ਆਟਾ ਸਕੀਮ ਹੈ ਵੀ ਡੀਪੂ ਹੋਲਡਰ ਰਾਹੀਂ ਹੀ ਕਰਾਈ ਜਾਵੇ, ਜਿਹੜੀ ਕਿ ਇਹ ਦੂਜੀਆਂ ਏਜੰਸੀਆਂ ਨੂੰ ਪੈਸਾ ਦੇਣ ਕੇ ਵਿੱਚ 670 ਕਰੋੜ ਸਾਲਾਨਾ ਖਰਚਾ ਕਰ ਰਹੀ ਹੈ, ਉਹ ਡੀਪੂ ਹੋਲਡਰਾਂ ਨੂੰ ਕਿਉਂ ਨਹੀਂ ਦਿੰਦੇ। ਅਸੀਂ ਵੀ ਮੰਗਦੇ ਹਾਂ ਵੀ ਸਾਡਾ ਵੀ ਕੁਝ ਰੁਜ਼ਗਾਰ ਚੱਲਦਾ ਰਹੇ ਔਰ ਉਹ ਜਿਹੜਾ ਸਕੀਮ ਹੈ ਸਾਡੇ ਰਾਹੀਂ ਵੰਡਾਉਣ। ਉਹ ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਅੱਗੇ ਵਧਦੇ ਹਾਂ। ਪਿਛਲੇ ਕੁਝ ਵਰ੍ਹਿਆਂ ਤੋਂ ਕਿਸਾਨਾਂ ਨੂੰ ਚੋਰਾਂ ਦੀ ਇੱਕ ਅਜਿਹੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਬਾਰੇ ਕੁਝ ਵਰ੍ਹੇ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ। ਇਹ ਮਾਰ ਹੈ ਚੋਰ ਜਿਹੜੇ ਨੇ ਉਹ ਟਰਾਂਸਫਾਰਮਰ ਦੇ ਵਿੱਚੋਂ ਤਾਂਬਾ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਇੱਕ ਬਿਜਲੀ ਸਪਲਾਈ ਦੇ ਵੱਡੇ ਉਪਕਰਨ ਦੇ ਵਿੱਚੋਂ ਇਹ ਕਿਵੇਂ ਸੰਭਵ ਹੈ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਅਕਸਰ ਵਾਪਰ ਰਿਹਾ ਹੈ ਤੇ ਪੁਲਿਸ ਦੀ ਮੁਸਤੈਦੀ ਕਿਸੇ ਕੰਮ ਨਹੀਂ ਆ ਰਹੀ। ਇਸ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ। ਲੰਬੀ ਨੇੜਲੇ ਪਿੰਡ ਕਟਿਆਵਾਲੀ 'ਚ ਚੋਰਾਂ ਨੇ ਇੱਕੋ ਰਾਤ ਵਿੱਚ ਖੇਤਾਂ 'ਚ ਲੱਗੇ 7 ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ। ਪਿੰਡ ਦੇ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਲਗਾਤਾਰ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਦੀਆਂ ਘਟਨਾਵਾਂ ਘਟ ਰਹੀਆਂ ਹਨ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਦੇ ਚੱਲਦਿਆਂ ਇੱਕ ਵਾਰ ਫਿਰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨਾਲ ਝੋਨੇ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਪੇਸ਼ ਆ ਸਕਦੀ ਹੈ, ਕਿਉਂਕਿ ਇੱਕ ਤਾਂ ਪਹਿਲਾਂ ਹੀ ਨਹਿਰਬੰਦੀ ਹੈ ਤੇ ਉੱਪਰੋਂ ਟਰਾਂਸਫਾਰਮਰ ਚੋਰੀ ਹੋਣ ਤੇ ਕਈ ਦਿਨ ਤੱਕ ਬਿਜਲੀ ਸੇਵਾ ਪ੍ਰਭਾਵਿਤ ਰਹੇਗੀ, ਜਿਸ ਕਾਰਨ ਉਹਨਾਂ ਦੀ ਮੰਗ ਹੈ ਕਿ ਤੁਰੰਤ ਟਰਾਂਸਫਾਰਮਰ ਲਗਾਏ ਜਾਣ ਤੇ ਚੋਰਾਂ ਦੀ ਤਲਾਸ਼ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਾਡੇ ਪਿੰਡ 7 ਟਰਾਂਸਫਾਰਮਰ ਚੋਰੀ ਹੋ ਚੁੱਕੇ ਜੀ ਰਾਤ। 2 ਮੇਰੇ ਯਾਦ ਦੇ ਤੇ ਉਹ ਮੇਰੇ ਤਾਏ ਜੀ ਰਹਿੰਦੇ ਜੀ, 3 ਇੱਥੇ ਆਂਢ ਗੁਆਂਢ ਹੈ ਜੀ। 7 ਟਰਾਂਸਫਾਰਮਰ ਚੋਰੀ ਹੋ ਗਏ ਜੀ। ਹੁਣ ਔਖਾ ਝੋਨਾ ਉਧਰੋਂ ਲੱਗਣ ਦਾ ਟਾਈਮ ਆ ਗਿਆ ਜੀ, ਬਹੁਤ ਔਖਾ ਹੋ ਚੁੱਕਿਆ ਜੀ। ਪਲੀਜ਼ ਕਿਰਪਾ ਕਰਕੇ ਸਾਨੂੰ ਟਾਈਮ ਤੇ ਟਰਾਂਸਫਾਰਮਰ ਮਿਲ ਜਾਵੇ। ਪਹਿਲਾਂ ਵੀ ਚੋਰੀਆਂ ਹੋਈਆਂ ਜੀ, ਫੱਟੀਆਂ ਵੀ ਚੋਰੀਆਂ ਹੋਈਆਂ ਜੀ, ਸਟਾਰਟਰ ਵੀ ਲੈਂਦੇ ਜੀ ਤੇ ਜੋ ਫੱਟੀਆਂ ਦੇ ਹੀ ਨਾਂ ਵੀ ਲਿਖਾਏ ਹੋਏ ਚੋਰਾਂ ਦੇ, ਕੋਈ ਕਾਰਵਾਈ ਨਹੀਂ ਹੋਈ ਹੈ ਜੀ। ਅੱਜ ਤੁਸੀਂ ਸਾਡੇ ਹਾਲਾਤ ਵੇਖ ਲਓ। ਸਾਡੇ ਝੋਨੇ ਦਾ ਲਵਾਈ ਤਾਂ ਬਿਲਕੁਲ ਨਜ਼ਦੀਕ ਹੈ। ਹਫ਼ਤੇ ਨੂੰ ਅਸੀਂ ਕਦੋਂ ਟਰਾਂਸਫਾਰਮਰ ਸਾਡੇ ਆਉਣਗੇ, ਕਦੋਂ ਅਸੀਂ ਜਾਵਾਂਗੇ ਪੁਲਿਸ ਵਾਲਿਆਂ ਕੋਲ, ਕਦੋਂ ਬਿਜਲੀ ਮਹਿਕਮੇ ਕੋਲ ਜਾਵਾਂਗੇ, ਕਦੋਂ ਸਾਡੀ ਸੁਣਵਾਈ ਹੋਵੇਗੀ। ਸਾਡੇ ਬੱਚੇ ਤਰਾ ਕਰਦੇ ਪਏ ਨੇ, ਅੱਗੇ ਭੁੱਖ ਨਾਲ ਮਰਦੇ ਪਏ। ਅੱਗੇ ਸਾਨੂੰ ਇੰਨਾ ਹੀ ਜ਼ਿਆਦਾ ਹਾਲਾਤ ਇੰਨਾ ਸਰਕਾਰ ਨੇ ਟਾਈਟ ਕਰਤੇ ਨੇ ਜਿੰਦਾ ਕੋਈ ਸੁਰਤ ਹਿਸਾਬ ਨਹੀਂ। ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਟਰਾਂਸਫਾਰਮਰ ਚੋਰੀ ਦੀ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਇਸ ਸੰਬੰਧੀ ਥਾਣੇ 'ਚ ਮਾਮਲਾ ਦਰਜ ਹੋਣ ਤੇ ਬਾਅਦ ਹੀ ਟਰਾਂਸਫਾਰਮਰ ਲਗਾਏ ਜਾਣਗੇ। ਕਾਰਵਾਈ ਤਾਂ ਜੀ ਦੇਖੋ ਨੁਕਸਾਨ ਦੋਵਾਂ ਦੇ ਹੋਏ ਜੀ, ਜ਼ਿੰਮੇਦਾਰ ਨੂੰ ਵੀ ਬੜਾ ਔਖਾ ਹੈ ਤੇ ਮਹਿਕਮੇ ਤੇ ਵੀ ਨੁਕਸਾਨ ਹੋਇਆ ਜੀ। ਕਾਰਵਾਈ ਤਾਂ ਜੀ FI ਕਟਾਣੀ ਪਊਗੀ ਇਹਨਾਂ ਨੂੰ, ਮਤਲਬ ਬਹੁਤ ਗਲਤ ਕੰਮ ਹੋਇਆ ਜੀ। ਉਹ ਤਾਂ ਜੀ ਉਹਨਾਂ ਜਾਣਾ ਦਫ਼ਤਰ ਜੈ ਸਾਹਿਬ ਨੂੰ ਦੱਸਦਾ ਸੀ, ਮੈਸੇਜ ਲਾਤਾ ਵੀ ਐਂ ਕਰਕੇ ਗੱਲ ਹੋ ਗਈ ਜੀ। ਇਹਨੂੰ ਸੱਦਿਆ ਜੈ ਸਾਹਿਬ ਨੇ ਵੀ ਆ ਜਾਓ, ਫਿਰ ਥਾਣੇ FI ਹੋਊਗੀ, ਉਸ ਤੋਂ ਬਾਅਦ ਟਰਾਂਸਫਰ ਮਿਲੂਗਾ ਜੀ। ਮਲੋਟ ਤੋਂ ਚੇਤਨ ਭੂਰਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਬਠਿੰਡਾ ਖਬਰਨਾਮਾ ਵਿੱਚ ਇਸ ਦੇ ਨਾਲ ਹੀ ਵੇਲਾ ਹੋ ਚੁੱਕਿਆ ਬ੍ਰੇਕ ਦਾ। ਬ੍ਰੇਕ ਦੇ ਬਾਅਦ ਕੁਝ ਹੋਰ ਖਬਰਾਂ ਲੈ ਕੇ ਫਿਰ ਬਣਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਗੱਲ ਕਰਦੇ ਹਾਂ ਰੇਲ ਸਰਵਿਸ ਦੀ। ਰੇਲ ਸਰਵਿਸ ਕਰੋਨਾ ਕਾਲ ਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਹੁਤ ਸਾਰੀਆਂ ਗੱਡੀਆਂ ਦੇ ਜਦੋਂ ਉਹਨਾਂ ਨੂੰ ਸਪੈਸ਼ਲ ਬਣਾਇਆ ਗਿਆ, ਸਟਾਪੇਜ ਖਤਮ ਕਰ ਦਿੱਤੇ ਗਏ। ਹੁਣ ਲੋਕਾਂ ਨੂੰ ਬਾਰ-ਬਾਰ ਮੰਗ ਉਠਾਉਣੀ ਪੈ ਰਹੀ ਹੈ ਤਾਂ ਕਿਤੇ ਜਾ ਕੇ ਇਹ ਮੰਗ ਜਿਹੜੀ ਹੈ ਉਹ ਪੂਰੀ ਹੋ ਰਹੀ ਹੈ। ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਜਿਵੇਂ ਇਹ ਮੰਗ ਨਾ ਪੂਰੀ ਹੋਈ ਹੋਵੇ, ਬਲਕਿ ਸਟੇਸ਼ਨ ਤੇ ਪਹਿਲੀ ਵਾਰ ਗੱਡੀ ਰੁਕਣੀ ਸ਼ੁਰੂ ਹੋਈ ਹੋਵੇ। ਦੇਖਦੇ ਹਾਂ ਪੂਰੀ ਖਬਰ। ਕੋਰੋਨਾ ਦੇ ਚੱਲਦਿਆਂ 2 ਸਾਲਾਂ ਦੌਰਾਨ ਕਈ ਰੇਲਵੇ ਸਟੇਸ਼ਨਾਂ ਤੇ ਰੇਲ ਗੱਡੀਆਂ ਦੇ ਸਟਾਪੇਜ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਪੇਸ਼ ਆ ਰਹੀ ਸੀ। ਇਸੇ ਤਰ੍ਹਾਂ ਹੀ ਪਰੇਸ਼ਾਨੀ ਵਿੱਚੋਂ ਬਠਿੰਡਾ ਨੇੜਲੇ ਪੁੱਚੋ ਮੰਡੀ ਦੇ ਲੋਕ ਵੀ ਗੁਜ਼ਰ ਰਹੇ ਸਨ, ਜੋ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਰੇਲ ਗੱਡੀਆਂ ਦੇ ਸਟਾਪੇਜ ਮੁੜ ਬਹਾਲ ਕੀਤੇ ਜਾਣ, ਜਿਸ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਵੀ ਕੀਤੇ। ਤੇ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦਿਆਂ ਹੋਇਆਂ ਭਾਜਪਾ ਦੇ ਜਨਰਲ ਸੈਕਟਰੀ ਦਿਆਲਦਾਸ ਸੋਢੀ ਕੇਂਦਰੀ ਰੇਲਵੇ ਮੰਤਰੀ ਨੂੰ ਮਿਲੇ, ਜਿਸ ਦੇ ਬਾਅਦ ਰੇਲਵੇ ਵਿਭਾਗ ਨੇ ਪੁੱਚੋ ਮੰਡੀ ਰੇਲਵੇ ਸਟੇਸ਼ਨ ਤੇ 2 ਗੱਡੀਆਂ ਦੇ ਸਟਾਪੇਜ ਦੀ ਮਨਜ਼ੂਰੀ ਦਿੱਤੀ। ਪਹਿਲੇ ਦਿਨ ਪੁੱਚੋ ਮੰਡੀ ਰੇਲਵੇ ਸਟੇਸ਼ਨ ਤੇ ਸ਼੍ਰੀ ਗੰਗਾਨਗਰ ਹਰਿਦੁਆਰ ਟ੍ਰੇਨ ਦੇ ਰੁਕਣ ਤੇ ਮੰਡੀ ਵਾਸੀਆਂ ਨੇ ਜਸ਼ਨਾਂ ਨਾਲ ਰੇਲ ਗੱਡੀ ਦਾ ਸਵਾਗਤ ਕੀਤਾ
ਤੇ ਗੱਡੀ ਦੇ ਡਰਾਈਵਰ ਦੇ ਗਲ ਵਿੱਚ ਫੁੱਲ ਮਾਲਾਵਾਂ ਪਾ ਕੇ ਉਸ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਹੁਣ ਪੁੱਚੋ ਮੰਡੀ ਰੇਲਵੇ ਸਟੇਸ਼ਨ ਤੇ ਸ਼੍ਰੀ ਗੰਗਾ ਨਗਰ ਹਰਿਦੁਆਰ ਅਤੇ ਸ਼੍ਰੀ ਗੰਗਾ ਨਗਰ ਅੰਬਾਲਾ ਐਕਸਪ੍ਰੈਸ ਗੱਡੀਆਂ ਰੁਕਣਗੀਆਂ। ਅੱਜ ਜੋ ਸਾਡੀ ਹਰਿਦੁਆਰ ਟ੍ਰੇਨ ਹੈ ਉਹਦਾ ਸਾਨੂੰ ਅੱਜ ਪਹਿਲੇ ਦਿਨ ਸਟਾਪੇਜ ਮਿਲੂਗਾ ਜੀ ਕਰੋਨਾ ਕਾਲ ਤੋਂ ਬਾਅਦ। ਅੱਜ ਅਸੀਂ ਉਹਨਾਂ ਦਾ ਸ਼੍ਰੀ ਦਿਆਲ ਸੋਢੀ ਜੀ ਤੇ ਵਿਨੋਦ ਕੁਮਾਰ ਬਿੰਟਾ ਜੀ ਦਾ ਅਸੀਂ ਧੰਨਵਾਦ ਕਰਨਾ ਜੀ ਅੱਜ, ਤੇ ਜੋ ਅੱਜ ਟ੍ਰੇਨ ਹੈ ਉਹਨਾਂ ਦਾ ਵੀ ਅਸੀਂ ਅੱਜ ਧੰਨਵਾਦ ਕਰ ਰਹੇ ਹਾਂ, ਤੇ ਐਕਸ਼ਨ ਕਮੇਟੀ ਦਾ ਤੇ ਮੰਡੀ ਨਿਵਾਸੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਹਿੰਦੇ ਆ, ਤੇ ਬਹੁਤ ਜਿਨ੍ਹਾਂ ਨੇ ਸਾਡਾ ਸਭ ਨੇ ਸਹਿਯੋਗ ਦਿੱਤਾ ਹੈ, ਕਿਸਾਨ ਯੂਨੀਅਨ, ਠੀਕ ਹੈ ਜੀ, ਵਪਾਰ ਮੰਡਲ ਤੇ ਜਿੰਨੀਆਂ ਵੀ ਸੰਸਥਾਵਾਂ ਅਸੀਂ ਸਭ ਦਾ ਦਿਲੋਂ ਐਕਸ਼ਨ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਸ ਮੌਕੇ ਇੱਥੇ ਭਾਜਪਾ ਆਗੂ ਦਿਆਲਦਾਸ ਸੋਢੀ ਨੇ ਗੱਡੀਆਂ ਦਾ ਸਟਾਪੇਜ ਬਹਾਲ ਕਰਨ ਲਈ ਹਾਈ ਕਮਾਂਡ ਦਾ ਧੰਨਵਾਦ ਕੀਤਾ। ਦੇਖੋ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਪੁੱਚੋ ਮੰਡੀ ਦੇ ਸਾਰੇ ਜਿੰਨੇ ਆਪਣੇ ਵਾਸੀ ਨੇ ਔਰ ਇਲਾਕੇ ਦੇ ਸਾਰੇ ਜਿੰਨੇ ਵਾਸੀ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਵੇਖ ਰਹੇ ਹੋ ਕਿ ਅੱਜ ਕਿਸ ਤਰ੍ਹਾਂ ਮੰਡੀ ਦੇ ਜਿਹੜੇ ਆਪਣੇ ਵਾਸੀ ਨੇ ਉਹਨਾਂ ਦੇ ਵਿੱਚ ਕਿੰਨੀ ਖੁਸ਼ੀ ਹੈ, ਕਿਉਂਕਿ ਜਿਹੜੀਆਂ ਪਿਛਲੇ ਸਮੇਂ ਤੋਂ ਟ੍ਰੇਨਾਂ ਬੰਦ ਪਈਆਂ ਸੀਗੀਆਂ ਉਹਨਾਂ ਨੂੰ ਚਲਾਉਣ ਖਾਤਰ ਮੈਂ ਸਮਝਦਾ ਕਿ ਜਿਹੜੀ ਸੰਘਰਸ਼ ਕਮੇਟੀ ਹੈ ਜਾਂ ਲੋਕਾਂ ਦੇ ਸਾਥ ਦੇ ਨਾਲ ਉਹਨਾਂ ਨੇ ਸੰਘਰਸ਼ ਵੀ ਕੀਤਾ ਤੇ ਸੰਘਰਸ਼ ਨੂੰ ਵੀ ਬੂਰ ਪਿਆ, ਔਰ ਜਿੱਥੇ ਕੋਈ ਪ੍ਰਸ਼ਾਸਨਿਕ ਰੁਕਾਵਟਾਂ ਸੀਗੀਆਂ ਜਾਂ ਕੋਈ ਰੇਲਵੇ ਵਿਭਾਗ ਨੇ ਐਗਜ਼ਾਮਨ ਕਰਕੇ ਉਹਦੇ ਵਿੱਚ ਕੋਈ ਦੇਰੀ ਲੱਗਦੀ ਸੀ, ਉਹ ਅਸੀਂ ਸਾਰੀਆਂ ਅੜਿੱਕੇ ਦੂਰ ਕਰਵਾ ਕੇ ਅਸੀਂ ਮਾਨਯੋਗ ਦੇਸ਼ ਦੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਨੂੰ ਮਿਲ ਕੇ ਉਹਨਾਂ ਨੇ ਤੁਰੰਤ ਸਾਡੇ ਗਿਆਨ ਤੋਂ ਸਾਨੂੰ ਆਰਡਰ ਦੇ ਦਿੱਤੇ, ਤੇ ਮੈਂ ਸਮਝਦਾ ਕਿ ਇਹ 2 ਟ੍ਰੇਨਾਂ ਰੁਕਣ ਦੇ ਨਾਲ ਜਿੱਥੇ ਪੁੱਚੋ ਮੰਡੀ ਦੇ ਵਪਾਰ ਨੂੰ, ਸੰਸਥਾਵਾਂ ਨੂੰ ਤੇ ਇੱਥੋਂ ਦੇ ਜਿਹੜੇ ਸ਼ਹਿਰ ਵਾਸੀ ਹੈ ਤੇ ਇਲਾਕੇ ਦੇ ਜਿਹੜੇ ਪਿੰਡ ਨੇ ਉੱਥੋਂ ਦੇ ਜਿਹੜੇ ਜਾਣ ਵਾਲੇ ਲੋਕ ਨੇ, ਚਾਹੇ ਉਹ ਸਾਡੀ ਧਾਰਮਿਕ ਆਸਥਾ ਦਾ ਕੇਂਦਰ ਹੈ ਸ਼੍ਰੀ ਹਰਿਦੁਆਰ ਸਾਹਿਬ, ਔਰ ਨਾਲ ਹੀ ਜਿਵੇਂ ਕਿਸੇ ਨੇ ਦਿੱਲੀ ਜਾਣਾ ਹੈ ਅੰਬਾਲੇ ਤੱਕ ਦੀ ਜਿਹੜੀ ਸਹੂਲਤ ਹੈ ਉਹ ਵੀ ਹੈ, ਗੱਡੀਆਂ ਦੇ ਸਟਾਪੇਜ ਹੋ ਗਏ ਨੇ। ਮੈਂ ਸਾਡੇ ਦੇਸ਼ ਦੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦਾ ਹਾਂ। ਰਾਮਪੁਰਾ ਫੂਲ ਤੋਂ ਉਮੇਸ਼ ਸਿੰਗਲਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਭਾਰਤ ਵਿੱਚ ਸਵੱਛ ਭਾਰਤ ਮੁਹਿੰਮ ਕਈ ਵਾਰੀ ਪਹਿਲਾਂ ਚਲਾਈ ਗਈ, ਪਰ ਅੱਜ ਵੀ ਭਾਰਤ ਦੇ ਬਹੁਤ ਸਾਰੇ ਸ਼ਹਿਰ ਜਿਹੜੇ ਨੇ ਉਹ ਗੰਦੇ ਨੇ। ਲੋਕ ਅੱਜ ਵੀ ਆਪਣੀ ਸਫਾਈ ਪ੍ਰਤੀ ਜਿਹੜੇ ਨੇ ਉਹ ਜਾਗਰਤ ਨਹੀਂ, ਘਰ ਦੇ ਆਲੇ ਦੁਆਲੇ ਦੀ ਸਫਾਈ ਪ੍ਰਤੀ ਜਾਗਰਤ ਨਹੀਂ ਹੈ, ਤੇ ਲੋਕਾਂ ਨੂੰ ਜਾਗਰਤ ਕਰਨ ਲਈ ਸਾਡੇ ਨੇਤਾ ਗਾਹੇ ਉਗਾਹੇ ਝਾੜੂ ਫੜਦੇ ਨੇ, ਤੇ ਇਸੇ ਤਰ੍ਹਾਂ ਦਾ ਝਾੜੂ ਫੜਿਆ ਫਰੀਦਕੋਟ ਦੇ ਐਮਐਲਏ ਨੇ। ਸ਼ਹਿਰ ਦੇ ਸਫਾਈ ਸੇਵਕਾਂ ਦਾ ਹੌਸਲਾ ਵਧਾਉਣ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਮੁਹਿੰਮ ਦਾ ਆਗਾਜ਼ ਕਰਨ ਲਈ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੜਕਸਾਰ ਬਾਜ਼ੀਗਰ ਬਸਤੀ ਪਹੁੰਚ ਗਏ, ਜਿੱਥੇ ਉਹਨਾਂ ਖੁਦ ਸਫਾਈ ਸੇਵਕਾਂ ਨਾਲ ਮਿਲ ਕੇ ਗਲੀਆਂ ਦੀ ਸਫਾਈ ਕੀਤੀ ਤੇ ਇਸ ਦੌਰਾਨ ਜੋ ਮੇਨ ਹੋਲ ਖੁੱਲੇ ਹੋਏ ਸਨ ਉਹਨਾਂ ਤੇ ਵੀ ਸਲੈਬਾਂ ਰੱਖ ਕੇ ਉਹਨਾਂ ਨੂੰ ਬੰਦ ਕਰਵਾਇਆ ਗਿਆ। ਇੱਥੇ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਹੀ ਵਿਧਾਇਕ ਗੁਰਦਿੱਤ ਸੇਖੋਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਕੂੜਾ ਨਾ ਸੁੱਟਣ, ਕਿਉਂਕਿ ਮਹਿਜ਼ 400 ਸਫਾਈ ਸੇਵਕ 2 ਲੱਖ ਦੀ ਆਬਾਦੀ ਵਾਲੇ ਸ਼ਹਿਰ ਦੀ ਮੁਕੰਮਲ ਸਫਾਈ ਨਹੀਂ ਕਰ ਸਕਦੇ, ਜਿਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੂੜਾ ਇਕੱਠਾ ਕਰਨ ਆਉਣ ਵਾਲੇ ਸਫਾਈ ਸੇਵਕਾਂ ਦੇ ਜ਼ਰੀਏ ਘਰਾਂ ਦਾ ਕੂੜਾ ਸ਼ਹਿਰ ਤੋਂ ਬਾਹਰ ਸੁਟਵਾਉਣ। ਸਭ ਤੋਂ ਵੱਡੀ ਗੱਲ ਤਾਂ ਜ਼ਰੂਰੀ ਹੈ ਕਿ ਸਾਡੇ ਸ਼ਹਿਰ ਦੀ ਸਫਾਈ ਹੋਣੀ ਚਾਹੀਦੀ ਹੈ, ਔਰ ਜਿਹੜੇ ਸਾਡੇ ਸਫਾਈ ਕਰਮਚਾਰੀ ਕੰਮ ਕਰਦੇ ਆ ਉਹਨਾਂ ਨੂੰ ਵੀ ਹੌਸਲਾ ਦੇਣ ਵਾਸਤੇ ਕਿ ਤੁਹਾਡੇ ਨਾਲ ਸਰਕਾਰ ਖੜੀ ਹੈ, ਔਰ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਹਰ ਇੱਕ ਬੰਦਾ ਸਫਾਈ ਤਾਂ ਨਹੀਂ ਕਰ ਸਕਦਾ, ਪਰ ਉਹ ਇੰਨਾ ਕੁ ਕਰੇ ਕਿ ਉਹ ਗੰਦ ਨਾ ਪਾਵੇ। ਇਸ ਵਾਸਤੇ ਇੱਕ ਮੁਹਿੰਮ ਚਲਾ ਰਹੇ ਹਾਂ ਸ਼ਹਿਰ ਦੇ ਅੰਦਰ, ਸਾਰੇ ਮੁਹੱਲਿਆਂ ਦੇ ਵਿੱਚ ਜਾਵਾਂਗੇ, ਸਾਰੇ ਵਲੰਟੀਅਰਸ ਨੂੰ ਨਾਲ ਲੈ ਕੇ ਜਾਵਾਂਗੇ ਘਰ ਘਰ ਤੱਕ, ਵੀ ਜਿੰਨਾ ਕੁ ਉਹਦਾ ਫਰਜ਼ ਬਣਦਾ, ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਆਪਦਾ ਦਰਵਾਜ਼ਾ ਤਾਂ ਸਾਫ਼ ਰੱਖੇ, ਤਾਂ ਜਿਹੜਾ ਘਰ ਦਾ ਗੰਦ ਹੈ ਉਹ ਬਾਹਰ ਨਾ ਸਿੱਟੇ, ਸੁੱਕਾ ਤੇ ਗਿੱਲਾ ਕੂੜਾ ਜਿਹੜਾ ਉਹ ਅੱਡੋ ਅੱਡੀ ਦੇਵੇ ਤਾਂ ਕਿ ਉਹਨੂੰ ਵਰਤੋਂ 'ਚ ਆ ਸਕੇ। ਜਿਹੜਾ ਸਾਡਾ ਢੇਰ ਲੱਗੇ ਵੇ ਸਾਡੇ ਸ਼ਹਿਰ ਦੇ ਬਾਹਰ ਕੂੜੇ ਦੇ, ਉਹਨੂੰ ਵੀ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਵੀ ਛੇਤੀ ਤੋਂ ਛੇਤੀ ਉਹਨੂੰ ਸਾਫ਼ ਕਰਕੇ ਉਹ 'ਚੋਂ ਰੇਹ ਵੀ ਕੱਢੀ ਜਾ ਸਕਦੀ ਹੈ, ਜਿਹੜੇ ਖਾਲੀ ਲਿਫਾਫੇ ਆ ਜਾਂ ਹੋਰ ਕੁਛ ਹੈ ਉਹਨੂੰ ਸਾਫ਼ ਕਰਕੇ ਜਿਹੜਾ ਉਹ ਥਾਂ ਨੂੰ ਵੀ ਸਾਫ਼ ਕਰਕੇ ਜਿੱਥੇ ਅੱਗ ਲੱਗੀ ਰਹਿੰਦੀ ਹੈ। ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਦਾ ਸ਼ਹਿਰ ਸਾਫ਼ ਸੁਥਰਾ ਬਣਾਈਏ ਔਰ ਲੋਕਾਂ ਨੂੰ ਇਹਦੇ ਨਾਲ ਜੋੜੀਏ। ਫਰੀਦਕੋਟ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਹੁਣ ਸਿੱਖਿਆ ਵਿਵਸਥਾ ਦੀ ਵੀ ਗੱਲ ਕਰ ਲਈਏ। ਸਿੱਖਿਆ ਵਿਵਸਥਾ ਦੇ ਵਿੱਚ ਤੁਸੀਂ ਅਜਿਹੀ ਖਬਰ ਕਦੇ ਨਹੀਂ ਸੁਣੀ ਹੋਣੀ ਕਿ ਇੱਕ ਡਿਗਰੀ ਕਾਲਜ ਸਿਰਫ ਇੱਕ ਕਮਰੇ ਦੇ ਵਿੱਚ ਚੱਲਦਾ ਹੋਵੇ। ਅਬੋਹਰ ਨਾਲ ਜੁੜੀ ਖਬਰ ਵਿਖਾਉਂਦੇ ਹਾਂ। ਅਬੋਹਰ ਨੇੜਲੇ ਪਿੰਡ ਸੁਖਚੈਨ ਵਿੱਚ ਪੰਜਾਬ ਦਾ ਇਹ ਪਹਿਲਾ ਅਜਿਹਾ ਸਰਕਾਰੀ ਡਿਗਰੀ ਕਾਲਜ ਹੈ ਜੋ ਇੱਕ ਕਮਰੇ 'ਚ ਚੱਲ ਰਿਹਾ ਹੈ। ਇੱਕ ਕਮਰੇ 'ਚ ਨਹੀਂ ਬਲਕਿ ਇਹ ਕਾਲਜ ਪੰਚਾਇਤ ਘਰ ਵਿੱਚ ਚੱਲ ਰਿਹਾ ਹੈ। ਦੱਸ ਦਈਏ ਕਿ ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਸੀ ਤਾਂ ਦਸੰਬਰ 2021 ਚ ਇੱਥੇ ਉਸ ਵੇਲੇ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ
ਹੈਲੀਕਾਪਟਰ ਰਾਹੀਂ ਲੈਂਡ ਹੋਏ ਸਨ। ਤਾਂ ਮੰਤਰੀ ਸਾਹਿਬ ਦਾ ਪ੍ਰੋਗਰਾਮ ਉਸ ਥਾਂ ਤੇ ਰਖਵਾਇਆ ਗਿਆ ਸੀ ਜੋ 9 ਏਕੜ ਪੰਚਾਇਤੀ ਜ਼ਮੀਨ ਇਸ ਸਰਕਾਰੀ ਡਿਗਰੀ ਕਾਲਜ ਨੂੰ ਪੰਚਾਇਤ ਵੱਲੋਂ ਦਿੱਤੀ ਗਈ ਸੀ। ਮੰਤਰੀ ਸਾਹਿਬ ਨੇ ਸਟੇਜ ਤੋਂ ਐਲਾਨ ਕੀਤਾ ਕਿ ਕਾਲਜ ਦੀ ਉਸਾਰੀ ਲਈ 15 ਕਰੋੜ 83 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਤੇ ਮੰਤਰੀ ਪ੍ਰਗਟ ਸਿੰਘ ਵੱਲੋਂ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ। ਪਰ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਉਸ ਥਾਂ ਤੇ ਇਹ ਨੀਂਹ ਪੱਥਰ ਹੀ ਲੱਗਿਆ ਰਹਿ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਾਲਜ ਦੀ ਬਿਲਡਿੰਗ ਤਾਂ ਇੱਥੇ ਨਹੀਂ ਬਣੀ, ਪਰ ਕਾਲਜ ਨੂੰ ਸ਼ੁਰੂ ਕਰਨ ਦੀ ਮਾਨਤਾ ਮਿਲ ਗਈ। ਪਿੰਡ ਖੁੱਬਣ ਦੀ ਇੱਕ ਨਿੱਜੀ ਬਿਲਡਿੰਗ ਵਿੱਚ ਇਹ ਕਾਲਜ ਸ਼ੁਰੂ ਕੀਤਾ ਗਿਆ ਤੇ ਸਰਕਾਰ ਬਦਲਣ ਦੇ ਬਾਅਦ ਇਸ ਕਾਲਜ ਨੂੰ ਉਸ ਥਾਂ ਤੋਂ ਬਦਲ ਕੇ ਪਿੰਡ ਸੁਖਚੈਨ ਦੇ ਹੀ ਇੱਕ ਮੰਦਿਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ, ਜਿੱਥੇ ਬੱਚਿਆਂ ਦੇ ਵਿਰੋਧ ਤੋਂ ਬਾਅਦ ਇਸ ਕਾਲਜ ਨੂੰ ਪੰਚਾਇਤ ਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਇਸ ਵੇਲੇ ਇੱਕ ਕਮਰੇ 'ਚ ਇਹ ਚੱਲ ਰਿਹਾ ਹੈ। 80 ਬੱਚਿਆਂ ਦੇ ਬੈਚ ਵਾਲੇ ਇਸ ਸਰਕਾਰੀ ਡਿਗਰੀ ਕਾਲਜ ਦੇ ਹਾਲਾਤ ਵੇਖ ਕੇ ਲੱਗਦਾ ਨਹੀਂ ਕਿ ਸਰਕਾਰੀ ਕਾਲਜ ਹੈ, ਜਿੱਥੇ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਉੱਥੇ ਹੀ ਨਜ਼ਦੀਕੀ ਬਾਥਰੂਮਾਂ 'ਚ ਜਾਣਾ ਤਾਂ ਦੂਰ ਦੀ ਗੱਲ, ਬਲਕਿ ਇੱਥੋਂ ਲੰਘਣਾ ਵੀ ਔਖਾ ਹੈ। ਹੋਰ ਤਾਂ ਹੋਰ ਇੱਥੇ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ। ਇੱਥੇ ਸਹੂਲਤਾਂ ਦੀ ਘਾਟ ਕਾਰਨ ਵਿਦਿਆਰਥੀਆਂ ਤੇ ਸਟਾਫ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਦੋਂ ਕਿਸੇ ਦੂਜੇ ਵਿਸ਼ੇ ਦਾ ਲੈਕਚਰ ਲੱਗਦਾ ਹੈ ਤਾਂ ਬਾਕੀ ਬੱਚਿਆਂ ਨੂੰ ਮਜਬੂਰੀ ਵਸ ਕਮਰੇ 'ਚੋਂ ਬਾਹਰ ਬੈਠਣਾ ਪੈਂਦਾ ਹੈ। ਇਸ ਕਾਲਜ ਦੇ ਵਿੱਚ ਮੇਰਾ ਕਲਸਟਰ ਲੱਗਿਆ ਹੋਇਆ ਹੈ 1 ਡੇ ਓਨਲੀ, ਪਰ ਮੇਰੀ ਮਤਲਬ ਤੁਹਾਨੂੰ ਇਹੀ ਦੱਸਣਾ ਹੈ ਕਿ ਬੱਚਿਆਂ ਦੀ ਇੱਕ ਦਿਨ ਦੇ ਨਾਲ ਜਾਂ 2 ਦਿਨ ਦੇ ਨਾਲ ਇਕਨੋਮਿਕਸ ਅਜਿਹਾ ਵਿਸ਼ਾ ਹੈ ਵੀ ਜਿਹੜਾ ਬੱਚਾ ਨਹੀਂ ਫੋਲੋ ਕਰ ਪਾਉਣਗੇ। ਮੇਰੀ ਸਰਕਾਰ ਨੂੰ ਇਹ ਰਿਕਵੈਸਟ ਹੈ ਕਿ ਬੱਚਿਆਂ ਦੇ ਲਈ ਇੱਥੇ ਰੈਗੂਲਰ ਟੀਚਰ ਹੈ ਜਿਹੜਾ 7 ਡੇਜ਼ 6 ਡੇਜ਼ ਇਹਨਾਂ ਦੀ ਪ੍ਰੋਪਰ ਕਲਾਸ ਲਏ, ਉਹ ਇੱਥੇ ਬੱਚਿਆਂ ਦੇ ਲਈ ਆਉਣਾ ਚਾਹੀਦਾ ਹੈ। ਸਰ ਇੰਨੀ ਕੁ ਜ਼ਿਆਦਾ ਪ੍ਰੋਬਲਮ ਹੈ ਮੈਨੂੰ, ਮੈਂ ਫਿਰੋਜ਼ਪੁਰ ਤੋਂ ਜਦੋਂ ਬਾਈ ਬੱਸ ਆਉਣੀ ਤਾਂ ਇੱਥੇ ਵਾਸ਼ਰੂਮ ਦੀ ਇੰਨੀ ਕੁ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਮੈਨੂੰ ਲੋਕਾਂ ਦੇ ਘਰ ਵਿੱਚ ਜਾਣਾ ਪੈਂਦਾ ਵਾਸ਼ਰੂਮ ਦੇ ਲਈ। ਤਾਂ ਸਰ ਮੇਰੀ ਸਰਕਾਰ ਨੂੰ ਇਹ ਹੈ ਵੀ ਬੱਚਿਆਂ ਦੇ ਲਈ ਤੇ ਸਟਾਫ ਦੇ ਲਈ ਇੱਥੇ ਜਿਹੜੀਆਂ ਪ੍ਰੋਪਰ ਜਿਹੜੀਆਂ ਸਹੂਲਤਾਂ ਨੇ ਮੁਹੱਈਆ ਕਰਵਾਈਆਂ ਜਾਣ। ਸਰ 80 ਸਟੂਡੈਂਟ ਦਾ ਇੱਕ ਬੈਚ ਹੈ, ਬਾਕੀ ਜੋ ਇਕਨੋਮਿਕਸ ਦੇ ਸਟੂਡੈਂਟ ਨੇ 10 ਸਟੂਡੈਂਟ ਹੈਗੇ ਨੇ। ਇੱਕ ਰੂਮ ਹੈ ਜੀ, ਉਹਦੇ ਨਾਲ ਦਿੱਕਤ ਆਏਗੀ। ਇੱਕ ਰੂਮ ਹੈ, ਸਾਰੇ ਬੱਚੇ ਦੀ ਸਾਰੀਆਂ ਕਲਾਸਿਸ ਨੇ ਜਿਹੜੀਆਂ ਇੱਕ ਰੂਮ ਦੇ ਵਿੱਚ ਲੱਗਦੀਆਂ ਨੇ। ਪ੍ਰੋਪਰ ਬੋਰਡ ਹੈ ਜਿਹੜਾ, ਜਾਂ ਬੱਚਿਆਂ ਦੇ ਲਈ ਬੈਠਣ ਦੀ ਕੋਈ ਫੈਸਿਲਿਟੀ ਨਹੀਂ ਹੈਗੀ। ਬੱਚੇ ਨੂੰ ਇੰਨੀ ਗਰਮੀ ਦੇ ਵਿੱਚ ਜਿਹੜਾ ਪੜ੍ਹਨ ਦਾ ਮਾਹੌਲ ਹੈ ਜਿਹੜਾ ਉਹ ਨਹੀਂ ਹੈਗਾ, ਇੱਥੇ ਨਹੀਂ ਬਣ ਪਾਉਂਦਾ ਜੀ। ਅਸੀਂ ਬੱਚਿਆਂ ਦੇ ਲਈ ਇੰਨੀ ਥੋੜੀ ਤਨਖਾਹ ਦੇ ਵਿੱਚ ਹੈ ਜਿਹੜਾ ਬੱਚਿਆਂ ਦੇ ਲਈ ਫਿਰੋਜ਼ਪੁਰ ਤੋਂ ਮੈਂ ਇੱਥੇ ਆ ਰਹੀ ਹਾਂ ਅਬੋਰ ਦੇ ਲਈ, ਸਿਰਫ ਇਸ ਲਈ ਕਿ ਬੱਚਿਆਂ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋਏ। ਹਾਂਜੀ, ਤਾਂ ਮੇਰੀ ਸਰਕਾਰ ਨੂੰ ਬੱਚਿਆਂ ਦੇ ਰਿਗਾਰਡਿੰਗ ਵੀ ਇਹੀ ਮੰਗ ਹੈ ਕਿ ਬੱਚਿਆਂ ਦੇ ਲਈ ਜਿਹੜਾ ਪ੍ਰੋਪਰ ਕਾਲਜ ਹੈ ਜਿਹੜਾ ਉਹ ਬਣਾਇਆ ਜਾਏ, ਤਾਂ ਜੋ ਬੱਚੇ ਨੇ ਮਨ ਲਾ ਕੇ ਜਿਹੜਾ ਉਹ ਪੜ੍ਹਾਈ ਕਰ ਸਕਣ। ਬੱਚਿਆਂ ਦੇ ਲਈ ਲਾਇਬ੍ਰੇਰੀ ਹੈ ਜਿਹੜੀ ਉਹ ਖੋਲੀ ਜਾਏ, ਤਾਂ ਜੋ ਬੱਚੇ ਆਪਦਾ ਫ੍ਰੀ ਟਾਈਮ ਦੇ ਵਿੱਚ ਬੈਠ ਕੇ ਉੱਥੇ ਆਪਦਾ ਪੜ੍ਹ ਸਕਣ। ਸਰ ਸਾਲ ਹੋ ਗਿਆ ਸਾਨੂੰ ਇੱਥੇ ਪੜ੍ਹਦੇ ਹੋਏ, ਉਹ ਵੀ ਇੱਕ ਜਗ੍ਹਾ ਨਹੀਂ, ਅਸੀਂ ਅਲੱਗ-ਅਲੱਗ ਜਗ੍ਹਾ ਪੜ੍ਹਦੇ ਆ ਰਹੇ ਹਾਂ। ਸਾਨੂੰ ਮੁਸ਼ਕਲਾਂ ਬਹੁਤ ਜ਼ਿਆਦਾ ਹੈ, ਪਾਣੀ ਦੀ ਹੋਗੀ, ਵਾਸ਼ਰੂਮ ਦੀ ਹੋਗੀ, ਲਾਈਟ ਦੀ ਹੋਗੀ, ਸਾਨੂੰ ਸਾਰੀ ਮੁਸ਼ਕਲਾਂ ਇੱਥੇ ਕਰਨੀ ਪੈਂਦੀ ਹੈ। ਸਰ ਦਾਅਵੇ ਹੀ ਹੈ ਸਾਡੇ, ਅਜੇ ਤੱਕ ਕੁਝ ਬਣਿਆ ਤਾਂ ਹੈ ਨਹੀਂ। ਉਹ ਵੀ ਉਮੀਦ ਲਾ ਕੇ ਬੈਠੇ ਹਾਂ ਸ਼ਾਇਦ ਬਣੂਗਾ, ਅਸੀਂ ਵੀ ਨਵੇਂ ਕਾਲਜ 'ਚ ਜਾਵਾਂਗੇ ਅਸੀਂ ਵੀ ਆਪਦੇ। ਸਰ ਉਮੀਦਾਂ ਹੀ ਆ, ਵੇਖਦੇ ਹਾਂ ਸਰ ਅੱਗੇ ਕੀ ਹੁੰਦਾ ਹੈ। ਸਰ ਮੁਸ਼ਕਲਾਂ ਤਾਂ ਬਹੁਤ ਹੈ, ਬੱਸ ਸਟੈਂਡ ਦੀ ਦਿੱਕਤ ਹੁੰਦੀ ਹੈ, ਉਸ ਤੋਂ ਬਾਅਦ ਕਾਲਜ ਆ ਕੇ ਸਾਨੂੰ ਕਲਾਸ 'ਚ ਵੀ ਦਿੱਕਤ ਹੁੰਦੀ ਹੈ, ਲਾਈਟ ਦੀ ਪ੍ਰੋਬਲਮ ਹੈ, ਵਾਸ਼ਰੂਮ ਦੀ, ਪਾਣੀ ਦੀ, ਸਾਰੇ ਦੀ ਸਰ ਪ੍ਰੋਬਲਮ ਹੈ। ਸਰ ਕਈ ਸਰਪੰਚ ਸਾਹਿਬ ਨੂੰ ਕਿਹਾ ਸੀ, ਉਹਨਾਂ ਨੇ ਸਾਨੂੰ ਇੱਥੇ ਸ਼ਿਫਟਿੰਗ ਕਰਤੀ। ਹੁਣ ਸਰ ਅਸੀਂ ਕਿੱਥੇ ਕੀ ਜਾਈਏ। ਹਾਂਜੀ ਸਰ ਮੰਦਿਰ 'ਚ ਬਿਠਾਇਆ ਸੀ, ਉੱਥੇ ਵਧੀਆ ਪਾਣੀ ਵੀ ਹੈਗਾ ਸੀ, ਉੱਥੇ ਘੜੇ ਪਏ ਸੀ। ਹਾਂਜੀ बढ़िया शेड भी लगे हुए से उत्थे तो बढ़िया सी, पर ਸਾਨੂੰ ਉਹਨਾਂ ਨੇ ਇੱਥੇ ਸ਼ਿਫਟ ਕਰਤਾ। ਸਾਨੂੰ ਬਾਹਲੀ ਦਿੱਕਤ ਹੈ ਸਰ, ਉਹ ਤਾਂ ਤੁਹਾਨੂੰ ਅਸੀਂ ਦੱਸਿਆ ਹੀ ਹੈ ਪਹਿਲਾਂ ਵੀ ਇੱਥੇ ਪਾਣੀ ਦੀ ਵੀ ਦਿੱਕਤ ਹੈਗੀ, ਵਾਸ਼ਰੂਮ ਦੀ ਦਿੱਕਤ ਹੈਗੀ, ਲਾਈਟ ਦੀ ਵੀ ਦਿੱਕਤ ਹੈ। ਸਾਡੇ ਲਈ ਇੱਥੇ ਲਾਇਬ੍ਰੇਰੀ ਵੀ ਨਹੀਂ ਹੈਗੀ, ਨਾ ਅੱਡ ਬੈਠਣ ਲਈ ਨਾ ਕੋਈ ਕਮਰਾ ਹੈਗਾ। ਹਾਂ ਅਸੀਂ ਆਉਂਦੇ ਹਾਂ, ਫਿਰ ਪ੍ਰੋਫੈਸਰ ਨਹੀਂ ਆਉਂਦੇ, ਫਿਰ ਅਸੀਂ ਘੰਟੇ 2 ਘੰਟੇ ਬਾਅਦ ਘਰੇ ਜਾਂਦੇ ਹਾਂ। ਘਰੇ ਜਾ ਕੇ ਘਰ ਵਾਲੇ ਕਹਿੰਦੇ ਆ ਇੰਨੀ ਛੇਤੀ ਆ ਗਏ। ਅਸੀਂ ਬਾਹਰ ਬਹਿੰਦੇ ਹਾਂ, ਇੱਥੇ ਕੋਈ ਪੰਖਾ ਵੀ ਨਹੀਂ ਹੈਗਾ, ਗਰਮੀ ਵੀ ਬਾਹਲੀ ਲੱਗਦੀ ਹੈ। ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਸਾਡਾ ਕਾਲਜ ਬਣੇ। ਇੱਥੇ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਸ ਵੇਲੇ ਦੇ ਮੰਤਰੀ ਪ੍ਰਗਟ ਸਿੰਘ ਨੇ ਸਿਰਫ ਲੋਲੀਪੌਪ ਦੇ ਦਿੱਤਾ ਸੀ, ਪਰ ਹੁਣ ਜਲਦ ਹੀ ਮੁਸ਼ਕਲਾਂ ਦੂਰ ਕਰਕੇ ਇੱਥੇ ਕਾਲਜ ਬਣਾ ਦਿੱਤਾ ਜਾਵੇਗਾ, ਜਿਸ ਦਾ ਕੰਮ ਜਾਰੀ ਹੈ। ये एक जल्दबाजी में उठाया गया कदम था हमारी ओर से। जरूरी इसलिए था कि जगह की थोड़ी कमी जरूर है, पर खुब्बन से लोकेशन बहुत सेट बैठती है। हाईवे पे गांव है सुखचैन, और हाईवे पे बच्चों को ट्रांसपोर्टेशन में दिक्कत ना आए। खुब्बन जैसा कि आपको पता है भी सड़क से ही 3-4 किलोमीटर साइड में है। पहले मेन रोड पे बच्चे उतरते, वहां से 3-4 किलोमीटर पैदल जाकर के खुब्बन जाते थे। बच्चों की समस्या को प्रमुख तरीके से देखते हुए उनको इस समस्या से हल करने के लिए हमने तुरंत फौरी तौर पर
पंचायत घर में कॉलेज चलाने का निर्णय लिया। आपकी बात बहुत वाजिब है। पास में धर्मशाला के भी 2 कमरे हैं जिनमें काम चालू है, 1-2 दिनों में वो भी हैंड ओवर कर दिए जाएंगे। तो 3 एक बड़ा हॉल है, 2 कमरे इसके अंदर हैं, 3 यहाँ हैं और 2 5 कमरों में शायद सही चलेगा। ब्यूरो रिपोर्ट फास्ट वे न्यूज़ बठिंडा खबरनामा। ਤੇ ਹੁਣ ਵਾਤਾਵਰਣ ਪ੍ਰਦੂਸ਼ਣ ਨਾਲ ਜੁੜੀ ਖਬਰ। ਜੇ ਅਸੀਂ ਵਾਤਾਵਰਣ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪੋਲੀਥੀਨ ਦਾ ਨੰਬਰ ਸਭ ਤੋਂ ਉੱਪਰ ਆਉਂਦਾ ਹੈ। ਪੋਲੀਥੀਨ ਦੇ ਖਿਲਾਫ ਅਕਸਰ ਸਰਕਾਰਾਂ ਹੁਕਮ ਕੱਢਦੀਆਂ ਨੇ, ਜ਼ਿਲ੍ਹਾ ਪ੍ਰਸ਼ਾਸਨ ਹੁਕਮ ਕੱਢਦੇ ਨੇ, ਪਰ ਠੋਸ ਰੂਪ ਦੇ ਵਿੱਚ ਤੁਸੀਂ ਖੁਦ ਵੇਖਦੇ ਹੋ ਕਿ ਕਿੰਨੀ ਕੁ ਕਾਰਵਾਈ ਹੁੰਦੀ ਹੈ, ਕਿੰਨਾ ਕੁ ਇਹਨਾਂ ਦੇ ਉੱਤੇ ਰੋਕ ਲੱਗਦੀ ਹੈ। ਤੁਹਾਨੂੰ ਪੋਲੀਥੀਨ ਕਿਸੇ ਵੀ ਦੁਕਾਨ ਤੋਂ, ਕਿਸੇ ਵੀ ਰੇਹੜੀ ਫੜੀ ਤੋਂ ਬੜੀ ਆਸਾਨੀ ਨਾਲ ਮਿਲਦਾ ਹੈ ਔਰ ਬੇਰੋਕ ਟੋਕ ਮਿਲਦਾ ਹੈ। ਕੋਲ ਪੁਲਿਸ ਵਾਲਾ ਵੀ ਖੜਾ ਹੁੰਦਾ, ਬਲਕਿ ਉਸ ਨੂੰ ਵੀ ਪੋਲੀਥੀਨ ਦੇ ਲਿਫਾਫੇ ਦੇ ਵਿੱਚ ਹੀ ਸਭ ਕੁਝ ਫੜਾਇਆ ਜਾਂਦਾ ਹੈ। ਸਿਹਤ ਵਿਭਾਗ ਦੇ ਜਾਂ ਸੰਬੰਧਿਤ ਵਿਭਾਗਾਂ ਦੇ ਜਿਹੜੇ ਕਰਮਚਾਰੀ ਅਧਿਕਾਰੀ ਵੀ ਪੋਲੀਥੀਨ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਨੇ। ਪਰ ਉਹਨਾਂ ਸੰਸਥਾਵਾਂ ਦੇ ਸਦਕੇ ਜਾਈਏ ਜੋ ਅਜਿਹੇ ਆਲਮ ਦੇ ਬਾਵਜੂਦ ਅਜੇ ਵੀ ਜੁਟੇ ਹੋਏ ਨੇ ਕਿਵੇਂ ਨਾ ਕਿਵੇਂ ਪੋਲੀਥੀਨ ਦੀ ਰੋਕਥਾਮ ਦੇ ਲਈ। ਸ੍ਰੀ ਮੁਕਤਸਰ ਸਾਹਿਬ ਤੋਂ ਖਬਰ ਦੇਖਦੇ ਹਾਂ ਇਸੇ ਤਰ੍ਹਾਂ ਦੀ। ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨੂੰ ਰੋਕਣ ਤੇ ਇਹਨਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਦਾ ਬੀੜਾ ਚੱਕਦਿਆਂ ਪਿਛਲੇ 5 ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਸਮਾਜ ਸੇਵੀ ਲੋਕਾਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਸਮਾਜ ਸੇਵੀ ਡਾਕਟਰ ਸੀਮਾ ਗੋਇਲ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਸਬਜ਼ੀ ਮੰਡੀ ਵਿੱਚ 5 ਰੁਪਏ 'ਚ ਧਰਤ ਬਚਾਓ ਮੁਹਿੰਮ ਦੇ ਤਹਿਤ ਕੱਪੜੇ ਦੇ ਬਣੇ ਥੈਲੇ ਵੰਡੇ ਗਏ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜਦੋਂ ਵੀ ਉਹ ਬਾਜ਼ਾਰ ਤੋਂ ਕੋਈ ਸਮਾਨ ਲੈਣ ਜਾਣ ਤਾਂ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਕੱਪੜੇ ਦੇ ਬਣੇ ਥੈਲੇ ਆਪਣੇ ਨਾਲ ਲੈ ਕੇ ਜਾਣ, ਕਿਉਂਕਿ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਦੇ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖਤਰਾ ਹੈ। ਇਸ ਲਈ ਲੋਕ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਕੇ ਕੱਪੜੇ ਦੇ ਥੈਲਿਆਂ ਦਾ ਇਸਤੇਮਾਲ ਕਰਨ। ਇਹ 5 ਰੁਪਏ 'ਚ ਧਰਤੀ ਬਚਾਓ ਮੁਹਿੰਮ ਨੂੰ ਹੁਣ 5ਵਾਂ ਸਾਲ ਲੱਗ ਗਿਆ ਹੈ ਔਰ ਸਾਡੇ ਵੱਲੋਂ ਥੈਲੇ ਘੱਟ ਤੋਂ ਘੱਟ 8000 ਥੈਲੇ ਵੰਡੇ ਗਏ ਨੇ। ਥੈਲੇ ਵੰਡਣ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਅਸੀਂ ਪਲਾਸਟਿਕ ਬੈਨ ਵਾਸਤੇ ਕਹਿੰਦੇ ਆ ਕਿ ਪਲਾਸਟਿਕ ਨਾ ਚੱਕੋ, ਲੇਕਿਨ ਉਹਨਾਂ ਨੂੰ ਕੋਈ ਰਿਪਲੇਸਮੈਂਟ ਨਹੀਂ ਮਿਲਦੀ। ਇਹ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਚਲਾਉਣ ਸਸਤੇ ਰੇਟਾਂ ਉੱਤੇ। ਇੱਕ ਇਹੋ ਜਿਹੀ ਹਰ ਸ਼ਹਿਰ ਦੇ ਵਿੱਚ 2-4 ਥਾਵਾਂ ਹੋਣ ਜਿੱਥੇ ਥੈਲੇ ਅਵੇਲੇਬਲ ਹੋਣ 5-5 ਰੁਪਏ ਦੇ। ਲੋਕ ਆਪਣਾ ਆਧਾਰ ਕਾਰਡ ਦਿਖਾ ਕੇ ਇੱਕ ਥੈਲਾ ਲੈਣ, ਉਹਨਾਂ ਨੂੰ ਕੋਈ ਗ੍ਰੀਨ ਪੁਆਇੰਟਸ ਮਿਲਣ ਜੋ ਕਿ ਉਹਨਾਂ ਦੇ ਕਿਸੇ ਟੈਕਸ ਐਗਜ਼ੈਂਪਸ਼ਨ ਜਾਂ ਕਿਸੇ ਇਹਨਾਂ ਚੀਜ਼ਾਂ ਵਿੱਚ ਕੰਮ ਆਉਣ। ਕਿਉਂਕਿ ਜੇ ਧਰਤੀ ਨਾ ਰਹੀ, ਜੇ ਕਚਰਾਦਾਨ ਬਣ ਗਿਆ ਜੋ ਹਾਲ ਅੱਜ ਹੋਇਆ ਹੋਇਆ 47-48 ਡਿਗਰੀ ਵਾਲਾ, ਫਿਰ ਗਈ ਗੱਲ ਹੱਥੋਂ ਨਿਕਲ ਜਾਣੀ ਹੈ। ਔਰ 5 ਰੁਪਏ 'ਚ ਧਰਤੀ ਬਚਾਓ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਮੇਰੇ ਨਾਲ ਮੇਰੀ ਸਾਰੀ ਟੀਮ ਖੜੀ ਹੈ। ਅਸੀਂ ਡਟ ਕੇ ਮੈਦਾਨ 'ਚ ਪਿਛਲੇ 5 ਸਾਲਾਂ ਤੋਂ ਖੜੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਸਮਝਾਉਣ ਦੀ। ਅੱਜ ਅਸੀਂ ਦੇਖਿਆ ਕਿ ਘੱਟੋ ਘੱਟ 25-30 ਲੋਕ ਆਪਣੇ ਹੱਥਾਂ 'ਚ ਥੈਲੇ ਲੈ ਕੇ ਆਏ। ਉਹੀ 75 ਲੋਕਾਂ ਦੇ ਹੱਥ ਵਿੱਚ ਨਹੀਂ ਸਨ ਤੇ ਸਾਨੂੰ ਉਮੀਦ ਹੈ ਆਉਣ ਵਾਲੇ ਕੁਝ ਸਾਲਾਂ ਵਿੱਚ ਉਹ 75 ਤੋਂ 25 ਹੋ ਜਾਣਗੇ ਤੇ ਹੌਲੀ-ਹੌਲੀ 100% ਲੋਕ ਥੈਲੇ ਪਕੜਨ ਲੱਗ ਜਾਣਗੇ। ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੋਡੀ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਹੁਣ ਖਬਰ ਰਾਮਪੁਰਾ ਫੂਲ ਤੋਂ ਹੈ, ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਪੌਦੇ ਲਗਾਏ ਗਏ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਮਨਾਇਆ ਗਿਆ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਮਿਲ ਸਕੇ। ਇਸੇ ਦੇ ਤਹਿਤ ਰਾਮਪੁਰਾ ਵਿੱਚ ਵੀ ਸਥਾਨਕ ਭਗਤ ਸਿੰਘ ਚੌਕ ਵਿੱਚ ਸਮਾਜ ਸੇਵੀ ਸੰਸਥਾ ਆਈ ਭਗਤ ਸਿੰਘ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ ਗਿਆ, ਜਿੱਥੇ ਚੌਕ ਦੀ ਸਾਫ਼ ਸਫਾਈ ਦੇ ਬਾਅਦ ਇੱਥੇ ਪੌਦੇ ਲਗਾਏ ਗਏ। ਇੱਥੇ ਸੰਸਥਾ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਨੌਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਹਨ, ਉਹਨਾਂ ਨੂੰ ਸ਼ਹੀਦਾਂ ਦੀ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਵੀ ਸਿਰ ਚੱਕ ਕੇ ਜਿਉ ਸਕਣ। ਰਾਮਪੁਰਾ ਫੂਲ ਤੋਂ ਉਮੇਸ਼ ਸਿੰਗਲਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਬੁਲੇਟਿਨ ਦੇ ਅੰਤ ਵਿੱਚ ਗੱਲ ਕਰਦੇ ਹਾਂ ਬਠਿੰਡਾ ਖੇਤਰ ਦਾ ਤਾਪਮਾਨ ਕਿਵੇਂ ਰਿਹਾ। ਬਠਿੰਡਾ ਖੇਤਰ ਵਿੱਚ ਘੱਟ ਤੋਂ ਘੱਟ ਤਾਪਮਾਨ ਅੱਜ 19.4 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ। ਦੱਸ ਦਈਏ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਜੋ ਬਾਰਿਸ਼ ਹੋਈ ਹੈ ਤੇ ਗੜੇਮਾਰੀ ਹੋਈ ਹੈ, ਉਸ ਦਾ ਅਸਰ ਜਿਹੜਾ ਹੈ ਉਹ ਲਗਾਤਾਰ ਦਿਖ ਰਿਹਾ ਹੈ ਮੌਸਮ ਦੇ ਉੱਤੇ। ਮੌਸਮ ਰਾਹਤ ਵਾਲਾ ਲਗਾਤਾਰ ਬਣਿਆ ਹੋਇਆ ਹੈ ਤੇ ਮੌਸਮ ਵਿਭਾਗ ਦੇ ਅਨੁਮਾਨ ਦੀ ਗੱਲ ਕਰੀਏ ਤਾਂ ਇਹ ਆਲਮ ਜਿਹੜਾ ਮੌਸਮ ਦਾ ਉਹ ਮਹੀਨੇ ਦੇ ਐਂਡ ਤੱਕ ਯਾਨੀ 31 ਮਈ ਤੱਕ ਬਣਿਆ ਰਹਿ ਸਕਦਾ ਹੈ। ਜਾਂਦੇ ਜਾਂਦੇ ਫੇਰ ਇੱਕ ਨਜ਼ਰ ਬੁਲੇਟਿਨ ਦੀਆਂ ਖਾਸ ਖਬਰਾਂ ਤੇ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਨਾਲ ਉਹਨਾਂ ਦੇ OSD ਭਾਣਜੇ ਪ੍ਰਦੀਪ ਕੁਮਾਰ ਨੂੰ ਵੀ ਕੀਤਾ ਗਿਆ ਹੈ ਗ੍ਰਿਫਤਾਰ। ਪ੍ਰਦੀਪ ਕੁਮਾਰ ਦੇ ਬਠਿੰਡਾ ਸਥਿਤ ਘਰ ਵਿੱਚ ਪਸ ਰਿਹਾ ਸਨਾਟਾ, ਪਰ ਮੁਹੱਲਾ ਵਾਸੀ ਅਜੇ ਵੀ ਪ੍ਰਦੀਪ ਕੁਮਾਰ ਦੇ ਪੱਖ ਵਿੱਚ ਖੜੇ।
ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਖੇਤ ਮਜ਼ਦੂਰ ਉਤਰੇ ਸੜਕਾਂ ਤੇ। ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਲਗਾਏ ਧਰਨੇ। ਕਿਹਾ ਸਰਕਾਰ ਧਨਾੜ ਕਿਸਾਨਾਂ ਦਾ ਪੂਰ ਰਹੀ ਹੈ ਪੱਖ, ਗਰੀਬ ਮਜ਼ਦੂਰਾਂ ਦੀ ਨਹੀਂ ਲੈ ਰਹੀ ਸਾਰ। सूबे विच नहीं रुक रहा चिट्टे का कहर। बठिंडा विच चिट्टे कारण एक होर नौजवान होया बेहोश, हस्पताल विच करवाया गया भर्ती, बची जान। उधर फरीदकोट विच 4 दिनां विच 2 नौजवानों की मौत। लंबी हल्के दे खेतां विच किसानां ते ट्रांसफार्मर चोरां दी पई मार। खेतां विच लगे 7 ट्रांसफार्मरां दा तांबा होया चोरी, किसान परेशान। कहा झोने दी बिजाई होवेगी प्रभावित। ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਨੇ ਸਬਜ਼ੀ ਮੰਡੀ ਜਾ ਕੇ ਸਬਜ਼ੀ ਵਿਕਰੇਤਾਵਾਂ ਦੀਆਂ ਸੁਣੀਆਂ ਮੁਸ਼ਕਲਾਂ। ਬਠਿੰਡਾ ਖਬਰਨਾਮਾ ਵਿੱਚ ਹੁਣ ਤੱਕ ਲਈ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।